जिन्हें भी किसी ने किसी मुंडे ने केस दाढ़ी रखे होने उन्होंने ज्ञानी ओए ज्ञानी फिर गल आ गई ओए जूड़ी उन्होंने नीवा दिखा के उन्होंने जो कि उन्हों दा सरमाया है केस दाढ़ी उन्हों दा सरमाया है पग उन्हों दा सरमाया है उन्होंने उसे दे नाल ही उन्होंने इन्ना थल्ले सुट देना उन्हों दी बेइज्जती करनी उन्हों दा मखौल उड़ाउणा कि उन्होंने ये लगन लग जाए कि साडे दे उत्ते ते ये आइडेंटिटी बोझ हो गई आ असीं इहनूं छड्ड दईए ये छड्ड के फिर असीं उन्हां दी आइडेंटिटी अपना लीए ताकि सानूं उस खेमे च जाण दा मौका मिले जो मजाक उडाउंदा है ना कि जो मजाक बनदा है। तुहानूं की लगदा है कि ਜਿਹੜੀ ਫਿਲਮਾਂ ਦੇ ਵਿੱਚ ਅਕਸ਼ੇ ਕੁਮਾਰ ਹੋਣੀ ਜਾਂ ਜਿਹੜੀਆਂ ਵੀ ਇਹਨਾਂ ਦੀਆਂ ਫਿਲਮਾਂ ਬਣਦੀਆਂ ਨੇ ਜਿਹਦੇ ਵਿੱਚ ਇੱਕ ਇਹਨਾਂ ਨੇ ਇੱਕ ਸਰਦਾਰ ਜੀ ਬਣਾਇਆ ਹੁੰਦਾ ਉਹਦਾ ਸਿਰਫ ਇੱਕੋ ਹੀ ਕੰਮ ਹੁੰਦਾ ਉਹ ਬੱਲੇ ਬੱਲੇ ਬਸ ਹੈ ਨਾ ਹੜੀਪਾ ਤੇ ਜਾਂ ਫਿਰ ਉਹਨੇ ਉਹ ਸ਼ਰਾਬ ਪੀ ਜਾਂਦਾ ਹੈ ਨਾ ਸਨੀ ਦਿਓਲ ਦੀ ਉਹ ਫਿਲਮ ਵੀ ਆਈ ਸੀ ਕਿ ਜਿਹਦੇ ਵਿੱਚ ਉਹ ਸ਼ਰਾਬ ਦੀ ਬਾਲਟੀ ਲੈ ਕੇ ਖੜਾ। ਸਿੱਖਾਂ ਦੀ ਜਿਹੜੀ ਇੱਕ ਹਸਤੀ ਹੈ ਜਿਹੜੀ ਇੱਕ ਮਾਰਸ਼ਲ ਕੌਮ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਮਾਰਸ਼ਲ ਲੋਕ ਹੁੰਦੇ ਆ ਸਾਡਾ ਜਿਹੜਾ ਇੱਕ ਇਤਿਹਾਸ ਹੈ ਇੱਕ ਵਿਰਸਾ ਹੈ ਉਹਨੂੰ ਜ਼ੀਰੋ ਕਰਨ ਦੇ ਲਈ ਉਹਨਾਂ ਹੀ ਸਿੱਖਾਂ ਨੂੰ ਜੋ ਮਾਰਸ਼ਲ ਨੇ ਜੋ ਘੋੜਿਆਂ ਦੇ ਉੱਤੇ ਜੋ ਬਾਜ ਰੱਖਦੇ ਨੇ ਜੋ ਹਮੇਸ਼ਾ ਸ਼ਸਤਰਧਾਰੀ ਰਹਿੰਦੇ ਨੇ ਆਪਣੇ ਤਿਆਰ ਰਹਿੰਦੇ ਨੇ ਉਹਨਾਂ ਨੂੰ ਕਾਰਟੂਨ ਬਣਾ ਕੇ ਪੇਸ਼ ਕਰ ਦਿਓ ਤਾਂ ਕਿ ਫਿਲਮ ਦੇ ਵਿੱਚ ਇਹ ਰਹੇ ਕਿ ਜੋ ਹੀਰੋ ਹੋਊਗਾ ਉਹਦੇ ਵਾਲ ਕੱਟੇ ਹੋਣਗੇ ਕਲੀਨ ਸ਼ੇਵਨ ਹੋਊਗਾ ਜਾਂ ਥੋੜੀ ਦਾੜੀ ਹੋਊਗੀ ਉਹੀ ਹੀਰੋ ਹੋ ਸਕਦਾ। ਜਿਹੜਾ ਪੱਗ ਵਾਲਾ ਹੈ ਜਿਹਦਾ ਦਾੜਾ ਪ੍ਰਕਾਸ਼ ਹੈ ਉਹ ਹੀਰੋ ਨਹੀਂ ਹੋ ਸਕਦਾ। ਦਮਾਲੇ ਵਾਲੀ ਕੁੜੀ ਜਿਹੜੀ ਆ ਉਹ ਮੇਨ ਲੀਡ 'ਚ ਨਹੀਂ ਹੋ ਸਕਦੀ। ਓਬਵੀਅਸਲੀ ਆਪਾਂ ਨੂੰ ਕਿਉਂਕਿ ਉਹਦੇ ਵਿੱਚ ਅੱਜ ਕੱਲ੍ਹ ਫਿਲਮਾਂ ਵਿੱਚ ਤਾਂ ਬਹੁਤ ਗੰਦਮੰਦ ਹੁੰਦਾ ਸਾਡਾ ਕਿਰਦਾਰ ਉਹਦੇ ਵਾਸਤੇ ਸਹੀ ਵੀ ਨਹੀਂ ਹੈ। ਇਹ ਇੱਕ ਕੱਟੜ ਸੋਚ ਦਾ ਹੀ ਤਰੀਕਾ ਹੁੰਦਾ ਆ ਕਿ ਦੂਸਰੀ ਜਿਸ ਨੂੰ ਆਪਾਂ ਥੱਲੇ ਕਰਨਾ ਆ ਉਹਨੂੰ ਮਜ਼ਾਕ ਦਾ ਪਾਤਰ ਬਣਾ ਦਿਓ ਉਹਨੂੰ ਇਹ ਕਰ ਦਿਓ ਕਿ ਇਹਨਾਂ ਦੇ ਤਾਂ ਦਿਮਾਗ ਹੀ ਨਹੀਂ ਕੰਮ ਕਰਦੇ ਇਹ ਤਾਂ ਸਿਰਫ ਐਵੇਂ ਹਾਸਾ ਪਾਉਣ ਦੇ ਕੰਮ ਆ ਸਕਦੇ ਜੋਕਰ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ ਸਵਾਗਤ ਕਰਦੀ ਹਾਂ। ਐਪੀਸੋਡ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਸਭ ਦੀ ਬਹੁਤ ਧੰਨਵਾਦੀ ਹਾਂ ਜੋ ਸਾਨੂੰ ਹਮੇਸ਼ਾ ਆਪਣੀਆਂ ਈਮੇਲਸ ਜਿਹੜੀਆਂ ਨੇ ਉਹ ਭੇਜਦੇ ਰਹਿੰਦੇ ਹੋ ਕਿਉਂਕਿ ਤੁਹਾਡੀਆਂ ਈਮੇਲਸ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹਾਂ ਕਿ ਮੇਰੇ ਲਈ ਬਹੁਤ ਐਨਕਰੇਜਮੈਂਟ ਵਾਲੀ ਗੱਲ ਆ। ਜਦੋਂ ਵੀ ਤੁਹਾਡੀ ਕੋਈ ਇੱਕ ਈਮੇਲ ਆਉਂਦੀ ਹੈ ਚਾਹੇ ਉਹਦੇ 'ਚ ਕੰਪਲੇਂਟ ਹੋਏ ਚਾਹੇ ਸਵਾਲ ਹੋਵੇ ਜਾਂ ਚਾਹੇ ਵੈਸੇ ਕਿਸੇ ਨੇ ਬਸ ਇੰਝ ਹੀ ਆਪਣਾ ਪਿਆਰ ਦੇਣ ਦੇ ਲਈ ਹੀ ਲਿਖੀ ਹੋਵੇ ਉਹ ਮੈਨੂੰ ਬਹੁਤ ਐਨਕਰੇਜ ਕਰਦੀਆਂ ਕਿ ਮੈਨੂੰ ਇੰਨਾ ਕੁ ਪਤਾ ਲੱਗ ਜਾਂਦਾ ਕਿ ਐਟਲੀਸਟ ਮੇਰੀ ਗੱਲ ਜਿਹੜੀ ਉਹ ਅੱਗੇ ਜਾ ਰਹੀ ਆ ਕੋਈ ਸੁਣ ਰਿਹਾ ਹੈ। ਔਰ ਉਹਦੇ ਨਾਲ ਇੱਕ ਗੱਲ ਇਹ ਵੀ ਹੈ ਕਿ ਜਦੋਂ ਸਵਾਲ ਆਉਂਦੇ ਨੇ ਤਾਂ ਸਵਾਲਾਂ ਦੇ ਵਿੱਚ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਆਪਾਂ ਨੂੰ ਲੋੜ ਕੀ ਹੈ ਅੱਗੇ ਜਿਹੜੇ ਪ੍ਰੋਗਰਾਮ ਦਾ ਜਿਹੜਾ ਰੂਪ ਰੇਖਾ ਆ ਉਹ ਕਿਸ ਤਰੀਕੇ ਨਾਲ ਸਿਰਜਣੀ ਹੈ। ਸੋ ਤੁਹਾਡੀਆਂ ਈਮੇਲਸ ਯਕੀਨ ਮੰਨਿਆ ਜੇ ਜਿੰਨੀ ਕੁ ਮੇਰੀ ਮਿਹਨਤ ਲੱਗਦੀ ਹੈ ਉਹਦੇ ਨਾਲ ਤੁਹਾਡੀ ਈਮੇਲ ਦੀ ਵੀ ਓਨੀ ਮਿਹਨਤ ਲੱਗਦੀ ਹੈ ਇਸ ਪ੍ਰੋਗਰਾਮ ਨੂੰ ਕੰਸਟਰਕਟ ਕਰਨ ਦੇ ਵਿੱਚ। ਸੋ ਸਾਨੂੰ ਜ਼ਰੂਰ ਲਿਖਦੇ ਰਿਹਾ ਕਰੋ। ਜਿਹੜਾ ਈਮੇਲ ਐਡਰੈਸ ਹੈ kirdare-khalsa@akalchannel.tv ਉਹ ਹਮੇਸ਼ਾ ਤੁਹਾਡੇ ਟੀਵੀ ਸਕਰੀਨ ਦੇ ਥੱਲੇ ਵੀ ਆਉਂਦਾ ਰਹਿੰਦਾ ਤੁਹਾਨੂੰ ਪਤਾ ਹੈ ਕਿ ਕਿੱਥੇ ਤੁਸੀਂ ਈਮੇਲ ਭੇਜਣੀ ਹੈ। ਸੋ ਈਮੇਲ ਭੇਜ ਕੇ ਆਪਣੇ ਸਵਾਲ ਆਪਣੀ ਸ਼ਿਕਾਇਤਾਂ ਆਪਣਾ ਪਿਆਰ ਹਮੇਸ਼ਾ ਸਾਨੂੰ ਜਿਹੜਾ ਉਹ ਭੇਜਦੇ ਰਿਹਾ ਕਰੋ ਤਾਂ ਕਿ ਆਪਾਂ ਇਸ ਪ੍ਰੋਗਰਾਮ ਨੂੰ ਜਿਸ ਆਈਡੀਆ ਦੇ ਨਾਲ ਆਪਾਂ ਇਹਨੂੰ ਬਣਾਇਆ ਸੀ ਉਹਦੇ ਨਾਲ ਹੀ ਆਪਾਂ ਅੱਗੇ ਚੱਲਦੇ ਰਹੀਏ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਸਵਾਲ ਜਵਾਬ ਦਾ ਸਿਲਸਿਲਾ ਚੱਲ ਰਿਹਾ ਸੀਗਾ ਅਤੇ ਸਵਾਲ ਸੀਗਾ ਕਿ ਕਿਆ ਜਿਹੜਾ ਇੱਕ ਸਿੱਖ ਹੈ ਉਹ ਕਿਸੇ ਗੈਰ ਸਿੱਖ ਦੇ ਨਾਲ ਵਿਆਹ ਕਰਵਾ ਸਕਦਾ। ਇਸ ਸਵਾਲ ਦਾ ਜਵਾਬ ਮੈਂ ਗੁਰਮਤ ਦੇ ਸ਼ਰਨ ਦੇ ਵਿੱਚ ਜਾ ਕੇ ਗੁਰਮਤ ਦੇ ਅਕੋਰਡਿੰਗ ਆਪ ਸੰਗਤ ਦੇ ਸਹਿਯੋਗ ਦੇ ਨਾਲ ਦੇਣ ਦੀ ਕੋਸ਼ਿਸ਼ ਕੀਤੀ ਸੀਗੀ ਔਰ ਮੈਨੂੰ ਲੱਗਦਾ ਕਿ ਸਵਾਲ ਉਹਦਾ ਜਿਹੜਾ ਜਵਾਬ ਹੈ ਉਹ ਕਾਫੀ ਹੱਦ ਤੱਕ ਉਹ ਐਪਰੋਪਰੀਏਟ ਸੀਗਾ। ਮੇਰੇ ਕੋਲ ਕੋਈ ਅੱਖਰਾਂ ਦਾ ਵਾਧ ਘਾਟ ਹੋ ਗਈ ਹੋਵੇ ਤਾਂ ਉਹ ਗੱਲ ਅਲੱਗ ਹੈ ਲੇਕਿਨ ਜਿਸ ਤਰੀਕੇ ਨਾਲ ਜੋ ਈਮੇਲ ਦੇ ਵਿੱਚ ਸਾਨੂੰ ਜਵਾਬ ਆਇਆ ਸੀ ਔਰ ਉਹਨੂੰ ਹੀ ਜਿਸ ਤਰੀਕੇ ਨਾਲ ਮੈਂ ਮੁੱਖ ਰੱਖ ਕੇ ਔਰ ਆਪਣਾ ਜਵਾਬ ਕੰਸਟਰਕਟ ਕੀਤਾ ਸੀ ਮੈਨੂੰ ਲੱਗਦਾ ਸੀਗਾ ਕਿ ਉਹ ਬਹੁਤ ਸਟੀਕ ਜਵਾਬ ਹੈ। ਖੈਰ ਅੱਜ ਆਪਾਂ ਕੁਐਸਚਨ ਆਨਸਰ ਸੀਰੀਜ਼ ਵੱਲ ਤਾਂ ਨਹੀਂ ਜਾਣਾ ਪਰ ਉਸੇ ਹੀ ਸਵਾਲ ਦੇ ਨਾਲ ਹੀ ਇੱਕ ਰਲਦਾ ਮਿਲਦਾ ਇੱਕ ਹੋਰ ਸਵਾਲ ਹੈ ਜੋ ਮੈਨੂੰ ਲੱਗਦਾ ਹੈ ਕਿ ਐਪੀਸੋਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਨੂੰ ਥੋੜ੍ਹਾ ਜਿਹਾ ਮੈਂ ਉਹਦੇ ਬਾਰੇ ਗੱਲ ਕਰ ਲਵਾਂ ਤਾਂ ਬੈਟਰ ਹੈ ਕਿਉਂਕਿ ਉਹ ਇੰਡੀਵਿਜੁਅਲਿਟੀ ਦੇ ਵਿੱਚ ਇੱਕ ਕੁਐਸਚਨ ਨਹੀਂ ਬਣਦਾ ਬਟ ਸਟਿਲ ਕਿਸੇ ਨੇ ਇੱਕ ਬੜਾ ਪਿਆਰੀ ਈਮੇਲ ਭੇਜੀ ਔਰ ਉਹਨਾਂ ਨੇ ਲਿਖਿਆ ਹੈ ਕਿ ਜਦੋਂ ਅਸੀਂ ਸਵਾਲ ਦਾ ਜਵਾਬ ਦਿੰਦੇ ਹਾਂ ਅਤੇ ਅਸੀਂ ਇਹ ਕਹਿੰਦੇ ਹਾਂ ਕਿ ਸਿੱਖ ਜਿਹੜਾ ਹੈ ਉਹ ਸਿੱਖ ਨਾਲ ਹੀ ਵਿਆਹ ਕਰਵਾ ਸਕਦਾ ਤਾਂ ਕਿਆ ਇਹ ਕੱਟੜ ਸੋਚ ਨਹੀਂ। ਔਰ ਉਹਦੇ ਨਾਲ ਹੀ ਉਹਨਾਂ ਨੇ ਪੁੱਛਿਆ ਕਿ ਕਿਉਂਕਿ ਤੁਸੀਂ ਇਹ ਜਵਾਬ ਆਲਰੇਡੀ ਦੇ ਚੁੱਕੇ ਹੋ ਕਿ ਮੈਂ ਕੱਟੜਤਾ ਦੇ ਵਿੱਚ ਨਹੀਂ ਹਾਂ ਲੇਕਿਨ
ਇਹ ਜਦੋਂ ਤੁਸੀਂ ਇਹ ਜਵਾਬ ਦਿੰਦੇ ਆ ਤਾਂ ਫਿਰ ਲੱਗਦਾ ਕਿ ਕੱਟੜ ਹੈ। ਤਾਂ ਕੱਟੜ ਨੂੰ ਤੁਸੀਂ ਡਿਫਾਈਨ ਕਿੱਦਾਂ ਕਰੋਗੇ? ਉਹਨਾਂ ਨੇ ਇਹ ਗੱਲ ਬੋਲੀ। ਹੁਣ ਮੈਂ ਉਹਦਾ ਜਿਹੜਾ ਜਵਾਬ ਹੈ ਉਹ ਇੱਥੇ ਹੀ ਦੇਣਾ ਜ਼ਰੂਰੀ ਇਸ ਕਰਕੇ ਸਮਝਦੀ ਹਾਂ ਕਿਉਂਕਿ ਅਕਸਰ ਜਦੋਂ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਕਰਦੇ ਜਾਵਾਂਗੇ ਤਾਂ ਅਸੀਂ ਜਿਹੜੀ ਉਹ ਇੱਕ ਲਕੀਰ ਖਿੱਚੀ ਹੋਈ ਹੈ, ਔਰ ਉਹ ਲਕੀਰ ਮੇਰੀ ਖਿੱਚੀ ਹੋਈ ਨਹੀਂ, ਉਹ ਗੁਰੂ ਨਾਨਕ ਪਾਤਸ਼ਾਹ ਦੀ ਖਿੱਚੀ ਹੋਈ ਲਕੀਰ ਹੈ ਕਿ ਜੇ ਤੁਸੀਂ ਸਿੱਖ ਹਾਂ, ਜੇ ਤੁਸੀਂ ਗੁਰੂ ਨਾਨਕ ਦੇ ਸਿੱਖ ਹਾਂ ਤਾਂ ਤੁਸੀਂ ਆਹ ਨਿਯਮ ਜਿਹੜੇ ਆ, ਇਹ ਸਿਧਾਂਤ ਜਿਹੜੇ ਆ ਉਹ ਫੋਲੋ ਕਰੋਗੇ, ਅਤੇ ਜੇ ਤੁਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਹੈ ਤਾਂ ਤੁਸੀਂ ਨਹੀਂ ਕਰੋਗੇ। ਸੋ ਇਹ ਲਕੀਰ ਮੇਰੀ ਖਿੱਚੀ ਹੋਈ ਨਹੀਂ ਹੈ। ਖੈਰ ਫਿਰ ਵੀ ਜਦੋਂ ਅਸੀਂ ਇੱਕ ਲਕੀਰ ਖਿੱਚਦੇ ਹਾਂ ਤਾਂ ਸਾਨੂੰ ਆਪਣੇ ਸਿਧਾਂਤਾਂ ਦਾ ਜਿਹੜੀ ਡੈਫੀਨੇਸ਼ਨ ਆ ਉਹ ਪਤਾ ਹੋਣੀ ਬਹੁਤ ਜ਼ਰੂਰੀ ਹੈ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕੱਟੜ ਦੀ, ਇਹ ਅਕਸਰ ਹੀ ਗੱਲ ਆ ਜਾਂਦੀ ਹੈ, ਕੱਟੜ ਸਿੱਖ ਨੇ ਜਾਂ ਕੱਟੜ ਹਿੰਦੂ ਨੇ ਜਾਂ ਕੱਟੜ ਮੁਸਲਮਾਨ ਨੇ ਜਾਂ ਕੱਟੜ ਈਸਾਈ ਨੇ ਜਾਂ ਕੱਟੜ ਕੋਈ ਵੀ, ਜਦੋਂ ਇਹ ਕੱਟੜ ਗੱਲ ਆਉਂਦੀ ਨਾ ਤਾਂ ਅਕਸਰ ਇਸ ਵਰਡ ਨੂੰ ਧਰਮ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਕੱਟੜ ਸਿਰਫ ਉਹ ਹੁੰਦਾ ਹੈ ਜੀ, ਮੇਰੀ ਸੋਚ ਦੇ ਮੁਤਾਬਕ ਜਾਂ ਜਿੰਨਾ ਕੁ ਮੈਨੂੰ ਸਮਝ ਹੈ, ਜਿੰਨਾ ਕੁ ਮੈਂ ਪੜ੍ਹਾ ਕੇ ਸਮਝਿਆ, ਕੱਟੜ ਸਿਰਫ ਉਹ ਹੁੰਦਾ ਹੈ ਜਿਹੜਾ ਆਪਣੀ ਸੋਚ ਨੂੰ ਕਿਸੇ ਦੇ ਉੱਪਰ ਥੋਪੇ, ਜ਼ਬਰਦਸਤੀ ਥੋਪੇ, ਉਹ ਕੱਟੜ ਹੁੰਦਾ ਆ। ਬਾਕੀ ਜਿਹੜਾ ਆਪਣੇ ਨਿਯਮਾਂ 'ਤੇ ਚੱਲਦਾ ਉਹ ਓਨਾ ਹੀ ਲੈਜੀਟੀਮੇਟ ਹੈ, ਉਹ ਓਨਾ ਹੀ ਸਹੀ ਹੈ ਜਿੰਨਾ ਉਹ ਬੰਦਾ ਜਿਹੜਾ ਇਹ ਕਹਿ ਰਿਹਾ ਕਿ ਪਰਮਾਤਮਾ ਤਾਂ ਹੈ ਹੀ ਨਹੀਂ, ਜੇ ਉਹਦੀ ਗੱਲ ਨੂੰ ਮੰਨਣਾ ਜੇ ਠੀਕ ਹੈ ਅਤੇ ਓਨਾ ਹੀ ਜਿਹੜਾ ਕਹਿ ਰਿਹਾ ਕਿ ਪਰਮਾਤਮਾ ਹੈ ਉਹਦੀ ਗੱਲ ਵੀ ਓਨੀ ਹੀ ਲੈਜੀਟੀਮੇਸੀ ਦੇ ਨਾਲ ਮੰਨੀ ਜਾਣੀ ਚਾਹੀਦੀ ਹੈ। ਗੜਬੜ ਕਿੱਥੇ ਹੋਊਗੀ? ਜਦੋਂ ਇੱਕ ਬੰਦਾ ਜੋ ਕਹਿ ਰਿਹਾ ਪਰਮਾਤਮਾ ਹੈ ਨਹੀਂ, ਔਰ ਜਿਹੜਾ ਕਹਿ ਰਿਹਾ ਪਰਮਾਤਮਾ ਹੈ, ਉਹ ਜ਼ਬਰਦਸਤੀ ਆਪਣਾ ਜਿਹੜਾ ਆਈਡੀਆ ਉਹਦੇ 'ਤੇ ਥੋਪੇ, ਅਤੇ ਜਾਂ ਜਿਹੜਾ ਕਹਿ ਰਿਹਾ ਪਰਮਾਤਮਾ ਨਹੀਂ ਹੈ ਉਹ ਇਸ ਆਈਡੀਆ ਨੂੰ ਦੂਸਰੇ ਬੰਦੇ ਉੱਪਰ ਥੋਪੇ। ਜਦੋਂ ਵੀ ਅਸੀਂ ਕਿਸੇ ਨੂੰ ਜ਼ਬਰਦਸਤੀ ਕੁਛ ਮਨਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਰਕ ਦੇ ਵਿੱਚ ਆ ਸਕਦੇ ਹਾਂ, ਪਰ ਰੈਸ਼ਨਲ ਤਰਕ ਕਰ ਸਕਦੇ ਹਾਂ। ਤਰਕ ਦੇ ਵਿੱਚ ਬੈਠ ਕੇ ਅਸੀਂ, ਇਹ ਹੋ ਸਕਦਾ ਕਿ ਮੈਨੂੰ ਤੁਸੀਂ ਆਪਣੀ ਕੋਈ ਗੱਲ ਮਨਾ ਲਓ ਅਤੇ ਮੈਂ ਤੁਹਾਨੂੰ ਆਪਣੀ ਕੋਈ ਗੱਲ ਮਨਾ ਲਵਾਂ, ਉਹ ਕੱਟੜਤਾ ਨਹੀਂ ਹੈ। ਉਹ ਸਿਰਫ ਉਹ ਹੈ ਕਿ ਆਪਣਾ, ਮੇਰੇ ਕੋਲ ਮੇਰੇ ਆਈਡੀਆਜ਼ ਕਲੀਅਰ ਨੇ, ਅਤੇ ਜਦੋਂ ਮੇਰੇ ਕੋਲ ਮੇਰੇ ਸੰਦੇਸ਼, ਮੇਰੇ ਪੈਗਾਮ ਜਾਂ ਮੇਰੇ ਜਿਹੜੇ ਸਿਧਾਂਤ ਨੇ ਜੋ ਮੈਨੂੰ ਬਾਬੇ ਨਾਨਕ ਨੇ ਦਿੱਤੇ ਨੇ, ਅਗਰ ਉਹ ਕਲੀਅਰ ਹੈ ਤਾਂ ਫਿਰ ਉਹ ਮੈਂ ਉਹਨਾਂ ਨੂੰ ਅਗਰ ਫੋਲੋ ਕਰਦੀ ਹਾਂ ਬਾਏ ਹਾਰਟ, ਅਤੇ ਮੈਂ ਉਹੀ ਅੱਗੇ ਪ੍ਰੀਚ ਕਰੂੰਗੀ। ਔਰ ਅਗਰ ਮੈਂ ਉਹੀ ਪ੍ਰੀਚ ਕਰੂੰਗੀ ਤਾਂ ਉਹ ਓਨਾ ਹੀ ਲੈਜੀਟੀਮੇਟ ਹੈ ਜਿੰਨਾ ਕੋਈ ਹੋਰ ਬੰਦਾ ਜੋ ਸ਼ਾਇਦ ਉਹਨਾਂ ਦੇ ਅਗੇਂਸਟ ਪ੍ਰੀਚ ਕਰ ਰਿਹਾ, ਅਗਰ ਉਹ ਲੈਜੀਟੀਮੇਟ ਆ। ਸਾਡੀ ਪ੍ਰੋਬਲਮ ਕੀ ਆ ਕਿ ਜੋ ਤਾਂ ਗੱਲ ਕਰਦਾ ਧਰਮ ਦੀ, ਉਹਨੂੰ ਕਹਿ ਦਿੰਦੇ ਨੇ ਕਿ ਇਹ ਹੈ ਕੱਟੜ ਸਿੱਖ, ਇਹ ਤਾਂ ਬਹੁਤ ਕੱਟੜ ਲੋਕ ਨੇ, ਉਹਨਾਂ ਨੂੰ ਤਾਂ ਆਪਾਂ ਇਸ ਤਰੀਕੇ ਨਾਲ ਗੱਲ ਕਰ ਲੈਂਦੇ। ਜੋ ਗੱਲ ਕਰਦਾ ਹੈ ਖਾਸ ਤੌਰ 'ਤੇ ਜਿਹੜੇ ਕਮਿਊਨਿਸਟ ਵਿਚਾਰਧਾਰਾ ਵਾਲੇ ਲੋਕ ਨੇ, ਜਿਹੜੇ ਕਾਮਰੇਡ ਨੇ, ਉਹ ਕਹਿ ਦਿੰਦੇ ਨੇ ਕਿ ਇਹ ਤਾਂ ਜਿਹੜੇ ਕੱਟੜ ਸਿੱਖ ਹੈ ਜੀ, ਔਰ ਨਾਲ ਹੀ ਬੜੇ ਜ਼ੋਰ ਸ਼ੋਰ ਦੇ ਨਾਲ ਉਹ ਇਹ ਮਨਾਉਣ 'ਤੇ ਲੱਗੇ ਹੁੰਦੇ ਆ ਕਿ ਪਰਮਾਤਮਾ ਨਹੀਂ ਹੈ, ਜਾਂ ਉਹਨਾਂ ਦੀ ਜੋ ਆਪਣੀਆਂ ਉਹ ਜਿਹੜੀ ਇੱਕ ਉਹਨਾਂ ਨੇ ਇੱਕਾ ਦੁੱਕਾ ਦੀਆਂ ਚੀਜ਼ਾਂ ਉਹਨਾਂ ਨੇ ਫੜੀਆਂ ਹੋਈਆਂ, ਉਹੀ ਹਰ ਕਿਸੇ ਨੂੰ ਚੇਪਦੇ ਆ। ਤਾਂ ਉਹ ਜਿਹੜੀਆਂ ਗੱਲਾਂ ਉਹਨਾਂ ਨੂੰ ਫਿਰ ਉਹ ਸਮਝਾਉਣ 'ਤੇ ਲੱਗ ਜਾਂਦੇ ਕਿ ਤੁਸੀਂ ਇਸ ਵਿਚਾਰਧਾਰਾ ਵਿੱਚ ਆਓ। ਜਿਹੜਾ ਬੰਦਾ ਸਿੱਖ ਹੈ, ਅਗਰ ਉਹ ਅਗਰ ਉਹ ਆਪਣੇ ਧਰਮ ਨੂੰ ਦੀ ਪਾਲਣਾ ਕਰ ਰਿਹਾ, ਆਪਣੇ ਆਪ ਨੂੰ ਜੋ ਵੀ ਉਹਦੀ ਮਾਨਤਾ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਸਿੱਖ ਹੈ, ਚਾਹੇ ਈਸਾਈ, ਚਾਹੇ ਜੋ ਵੀ ਹੈ, ਅਗਰ ਉਹ ਆਪਣੇ ਧਰਮ ਦੇ ਵਿੱਚ ਪੂਰਾ ਹੈ ਔਰ ਆਪਣੇ ਧਰਮ ਨੂੰ ਮੰਨ ਰਿਹਾ ਹੈ, ਤਾਂ ਦੂਸਰੇ ਬੰਦੇ ਨੂੰ ਉਹਦੀ ਓਨੀ ਹੀ ਇੱਜ਼ਤ ਕਰਨੀ ਚਾਹੀਦੀ ਹੈ ਜਿੰਨੀ ਕਿ ਕਮਿਊਨਿਸਟ ਲੋਕ ਇਹ ਸੋਚਦੇ ਨੇ ਕਿ ਸਾਡੀ ਇੱਜ਼ਤ ਹੋਵੇ, ਕਿ ਅਸੀਂ ਇਹ ਨਹੀਂ ਮੰਨਦੇ, ਸਾਨੂੰ ਕ੍ਰਾਂਤੀਕਾਰੀ ਕਹੋ ਕਿਉਂਕਿ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਨਹੀਂ ਹੈ ਨਾ। ਅਤੇ ਜੇਕਰ ਉਹਨਾਂ ਦੀ ਗੱਲ ਸਹੀ ਹੈ ਤਾਂ ਇਹਨਾਂ ਦੀ ਗੱਲ ਵੀ ਸਹੀ ਹੈ। ਦੋਨਾਂ ਨੂੰ ਤਰਕ ਦੇ ਆਧਾਰ ਦੇ ਉੱਤੇ ਤਾਂ ਦੋਵੇਂ ਇੱਕ ਟੇਬਲ 'ਤੇ ਬੈਠ ਕੇ ਗੱਲ ਕਰ ਸਕਦੇ ਆ, ਪਰ ਸਿਰਫ ਇਸ ਕਰਕੇ ਕਿਉਂਕਿ ਮੈਂ ਕਹਿ ਰਿਹਾ ਕਿ ਪਰਮਾਤਮਾ ਨਹੀਂ ਹੈ ਔਰ ਮੈਂ ਕੁਛ ਜ਼ਿਆਦਾ ਲੋਕ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਦੇ ਨਾਲ ਲੱਗਾ ਹੋਇਆ, ਤਾਂ ਮੈਂ ਦੂਜਿਆਂ ਨੂੰ ਗਲਤ ਜਾਂ ਬੇਵਕੂਫ ਜਾਂ ਅਲੱਗ-ਅਲੱਗ ਨਾਮ ਜਿਹਦੇ ਨਾਲ ਉਹਨਾਂ ਦਾ ਮਜ਼ਾਕ ਉਡਾਇਆ ਜਾ ਸਕੇ, ਗਿਆਨੀ ਖਾਸ ਤੌਰ 'ਤੇ ਇੱਕ ਨਾਮ ਜਿਹੜਾ ਸਾਡੇ ਕਾਮਰੇਡਾਂ ਨੇ ਸ਼ੁਰੂ ਕੀਤਾ ਸੀ, ਤਾਂ ਉਹ ਉਸ ਤਰੀਕੇ ਦੇ ਨਾਮ ਨਾਲ ਜਦੋਂ ਅਸੀਂ ਦੂਸਰੇ ਦੀ ਇਨਸਲਟ ਕਰਦੇ ਤਾਂ ਅਸੀਂ ਵੀ ਉਨੇ ਹੀ ਕੱਟੜ ਹਾਂ। ਜੋ ਕਾਮਰੇਡ ਨੇ ਉਹ ਵੀ ਫਿਰ ਉਨੇ ਹੀ ਕੱਟੜ ਨੇ। ਬਿਲਕੁਲ ਇਹਦੇ ਵਿੱਚ ਇਹ ਮੈਂ ਫਿਰ ਤੋਂ ਦੁਹਰਾ ਦੇਵਾਂ ਕਿ ਕੱਟੜਤਾ ਸਿਰਫ ਉਸ ਚੀਜ਼ ਦੇ ਵਿੱਚ ਹੈ ਜਦੋਂ ਤੁਸੀਂ ਆਪਣੀ ਆਈਡੀਆ ਦੂਸਰੇ ਉੱਤੇ ਥੋਪਣ ਦੀ ਕੋਸ਼ਿਸ਼ ਕਰਦੇ ਹੋ। ਹੁਣ ਥੋਪਣ ਦਾ ਮਤਲਬ ਇਹ ਨਹੀਂ ਕਿ ਔਰੰਗਜ਼ੇਬ ਵਾਂਗੂ ਤੁਸੀਂ ਕਹੋ ਕਿ ਤੁਹਾਡੇ ਸਿਰਾਂ ਦੇ ਮੁੱਲ ਪੈਣਗੇ, ਜ਼ਰੂਰੀ ਨਹੀਂ ਕਿ ਹਰ ਵਾਰੀ ਇੱਦਾਂ ਹੀ ਹੋਵੇ। ਕਈ ਵਾਰੀ ਅਸੀਂ ਕਿਸੇ ਦਾ ਹਾਸਾ, ਕਿਸੇ ਦਾ ਮਜ਼ਾਕ ਉਡਾ ਕੇ ਵੀ ਆਪਣਾ ਆਈਡੀਆ ਜਿਹੜਾ ਉਹਦੇ 'ਤੇ ਥੋਪਣ ਦੀ ਕੋਸ਼ਿਸ਼ ਕਰਦੇ ਹਾਂ। ਮੈਨੂੰ ਯਾਦ ਹੈ ਅੰਮ੍ਰਿਤਸਰ ਜਦੋਂ ਅਸੀਂ ਖਾਲਸਾ ਕਾਲਜ ਵਿੱਚ ਪੜ੍ਹਦੇ ਹੁੰਦੇ ਸੀਗੇ ਅਤੇ ਬਹੁਤ ਇੱਕ ਵੱਡਾ ਜਿਹੜਾ ਇੱਕ ਗਰੁੱਪ ਹੈ ਨਾ, ਉਹਨਾਂ ਨੇ ਜਿੰਨੇ ਵੀ ਕਿਸੇ ਮੁੰਡੇ ਨੇ ਕੇਸ ਦਾੜੀ ਰੱਖੇ ਹੋਣੇ ਉਹਨੂੰ ਗਿਆਨੀ, ਓਏ ਗਿਆਨੀ, ਫਿਰ ਗੱਲ ਆ ਗਈ ਓਏ ਜੂੜੀ,
ਹੈ ਨਾ। ਉਹ ਕੀ ਆ, ਉਹ ਬੇਸਿਕਲੀ ਆਪਣੀਆਂ ਗੱਲਾਂ ਉਹਨਾਂ ਨੂੰ ਨੀਵਾਂ ਦਿਖਾ ਕੇ, ਉਹਨਾਂ ਨੂੰ ਜੋ ਕਿ ਉਹਨਾਂ ਦਾ ਸਰਮਾਇਆ ਹੈ, ਕੇਸ ਦਾੜੀ ਉਹਨਾਂ ਦਾ ਸਰਮਾਇਆ ਹੈ, ਪੱਗ ਉਹਨਾਂ ਦਾ ਸਰਮਾਇਆ ਹੈ, ਉਹਨੂੰ ਉਸੇ ਦੇ ਨਾਲ ਹੀ ਉਹਨਾਂ ਨੂੰ ਇੰਨਾ ਥੱਲੇ ਸੁੱਟ ਦੇਣਾ, ਉਹਨਾਂ ਦੀ ਬੇਇੱਜ਼ਤੀ ਕਰਨੀ, ਉਹਨਾਂ ਦਾ ਮਖੌਲ ਉਡਾਉਣਾ ਕਿ ਉਹਨਾਂ ਨੂੰ ਇਹ ਲੱਗਣ ਲੱਗ ਜੇ ਕਿ ਸਾਡੇ ਦੇ ਉੱਤੇ ਤਾਂ ਇਹ ਆਈਡੈਂਟੀਟੀ ਬੋਝ ਹੋ ਗਈ ਆ, ਅਸੀਂ ਇਹਨੂੰ ਛੱਡ ਦਈਏ, ਇਹ ਛੱਡ ਕੇ ਫਿਰ ਅਸੀਂ ਉਹਨਾਂ ਦੀ ਆਈਡੈਂਟੀਟੀ ਅਪਣਾ ਲਈਏ ਤਾਂ ਕਿ ਸਾਨੂੰ ਉਸ ਖੇਮੇ 'ਚ ਜਾਣ ਦਾ ਮੌਕਾ ਮਿਲੇ ਜੋ ਮਜ਼ਾਕ ਉਡਾਉਂਦਾ, ਨਾ ਕਿ ਜੋ ਮਜ਼ਾਕ ਬਣਦਾ। ਇਹ ਗੱਲ ਮੇਰੀ, ਇਹਨੂੰ ਥੋੜ੍ਹਾ ਜਿਹਾ ਹੋਰ ਬਰੀਕੀ ਨਾਲ ਸਮਝੀਏ। ਆਪਾਂ ਨੂੰ ਕੀ ਲੱਗਦਾ ਕਿ ਫਿਲਮਾਂ ਦੇ ਵਿੱਚ ਜੋ ਸਰਦਾਰਾਂ ਦੇ ਉੱਤੇ ਜੋਕ ਬਣਦੇ ਆ ਉਹ ਕੀ ਆ? ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਫਿਲਮਾਂ ਦੇ ਵਿੱਚ ਅਕਸ਼ੇ ਕੁਮਾਰ ਹੋਣੀ ਜਾਂ ਜਿਹੜੀਆਂ ਵੀ ਇਹਨਾਂ ਦੀਆਂ ਫਿਲਮਾਂ ਬਣਦੀਆਂ ਨੇ ਜਿਹਦੇ ਵਿੱਚ ਇਹਨਾਂ ਨੇ ਇੱਕ ਸਰਦਾਰ ਜੀ ਬਣਾਇਆ ਹੁੰਦਾ, ਉਹਦਾ ਸਿਰਫ ਇੱਕੋ ਹੀ ਕੰਮ ਹੁੰਦਾ, ਉਹ ਬੱਲੇ ਬੱਲੇ ਬਸ, ਹੈ ਨਾ, ਹੜਿੱਪਾ, ਅਤੇ ਜਾਂ ਫਿਰ ਉਹਨੇ ਉਹ ਸ਼ਰਾਬ ਪੀ ਜਾਂਦਾ ਆ, ਹੈ ਨਾ। ਸਨੀ ਦਿਓਲ ਦੀ ਉਹ ਫਿਲਮ ਵੀ ਆਈ ਸੀ ਕਿ ਜਿਹਦੇ ਵਿੱਚ ਉਹ ਸ਼ਰਾਬ ਦੀ ਬਾਲਟੀ ਲੈ ਕੇ ਖੜਾ, ਉਹ ਕੀ ਆ ਬੇਸਿਕਲੀ? ਇਹਨੂੰ ਇਸ ਵਰਤਾਰੇ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਇਸ ਪੂਰੇ ਨੈਰੇਟਿਵ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹੁਣ ਫਿਲਮ ਵਾਲੇ ਇਹ ਨਹੀਂ ਕਹਿ ਸਕਦੇ ਕਿ ਅਸੀਂ, ਕਿਉਂਕਿ ਜਿਹੜੇ ਫਿਲਮ ਲਿਖ ਰਹੇ ਆ ਨਾ, ਇਸ ਗੱਲ ਨੂੰ ਆਪਣੇ ਧਿਆਨ 'ਚ ਰੱਖਿਆ ਜੇ, ਉਹ ਬੜੇ ਪੜ੍ਹੇ ਲਿਖੇ ਲੋਕ ਵੀ ਹੁੰਦੇ ਆ ਜਿਹੜੇ ਲਿਖ ਰਹੇ ਆ, ਉਸ ਬਕਾਇਦਾ ਉਹ ਆਪਣੀ ਰਿਸਰਚ ਕਰਕੇ ਲਿਖਦੇ ਆ ਔਰ ਉਹ ਕਿਸੇ ਏਜੰਡਾ ਉੱਤੇ ਚੱਲਦੇ ਆ। ਹੁਣ ਜਿਹੜੇ ਲੋਕ ਫਿਲਮ ਲਿਖ ਰਹੇ ਆ, ਹੁਣ ਉਹ ਦੇਖੋ ਕਿ ਉਹਦਾ ਏਜੰਡਾ ਕੀ ਆ, ਉਹ ਕੌਣ ਆ, ਉਹ ਕੀ ਲਿਖ ਰਿਹਾ, ਫਿਰ ਤੁਹਾਨੂੰ ਸਮਝ ਆਊਗੀ ਕਿ ਉਹ ਸਿੱਖਾਂ ਨੂੰ ਇਸ ਤਰੀਕੇ ਨਾਲ ਦਿਖਾ ਕਿਉਂ ਰਿਹਾ। ਕਿਉਂਕਿ ਸਿੱਖਾਂ ਦੀ ਜਿਹੜੀ ਇੱਕ ਹਸਤੀ ਹੈ, ਜਿਹੜੀ ਇੱਕ ਮਾਰਸ਼ਲ ਕੌਮ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਮਾਰਸ਼ਲ ਲੋਕ ਹੁੰਦੇ ਹਾਂ, ਸਾਡਾ ਜਿਹੜਾ ਇੱਕ ਇਤਿਹਾਸ ਹੈ, ਇੱਕ ਵਿਰਸਾ ਹੈ, ਉਹਨੂੰ ਜ਼ੀਰੋ ਕਰਨ ਦੇ ਲਈ ਉਹਨਾਂ ਹੀ ਸਿੱਖਾਂ ਨੂੰ ਜੋ ਮਾਰਸ਼ਲ ਨੇ, ਜੋ ਘੋੜਿਆਂ ਦੇ ਉੱਤੇ ਜੋ ਬਾਜ ਰੱਖਦੇ ਨੇ, ਜੋ ਹਮੇਸ਼ਾ ਸ਼ਸਤਰਧਾਰੀ ਰਹਿੰਦੇ ਨੇ, ਆਪਣੇ ਤਿਆਰ ਰਹਿੰਦੇ ਨੇ, ਉਹਨਾਂ ਨੂੰ ਕਾਰਟੂਨ ਬਣਾ ਕੇ ਪੇਸ਼ ਕਰ ਦਿਓ, ਜੋਕਰ ਬਣਾ ਕੇ ਪੇਸ਼ ਕਰ ਦਿਓ, ਤਾਂ ਕਿ ਫਿਲਮ ਦੇ ਵਿੱਚ ਇਹ ਰਹੇ ਕਿ ਜੋ ਹੀਰੋ ਹੋਊਗਾ ਉਹਦੇ ਵਾਲ ਕੱਟੇ ਹੋਣਗੇ, ਕਲੀਨ ਸ਼ੇਵਨ ਹੋਊਗਾ ਜਾਂ ਥੋੜ੍ਹੀ ਦਾੜੀ ਹੋਊਗੀ, ਉਹੀ ਹੀਰੋ ਹੋ ਸਕਦਾ। ਜਿਹੜਾ ਪੱਗ ਵਾਲਾ ਹੈ, ਜਿਹਦਾ ਦਾੜਾ ਪ੍ਰਕਾਸ਼ ਹੈ, ਉਹ ਹੀਰੋ ਨਹੀਂ ਹੋ ਸਕਦਾ। ਦਮਾਲੇ ਵਾਲੀ ਕੁੜੀ ਜਿਹੜੀ ਆ ਉਹ ਮੇਨ ਲੀਡ 'ਚ ਨਹੀਂ ਹੋ ਸਕਦੀ। ਓਬਵੀਅਸਲੀ ਆਪਾਂ ਨੂੰ, ਕਿਉਂਕਿ ਉਹਦੇ ਵਿੱਚ ਅੱਜ ਕੱਲ੍ਹ ਫਿਲਮਾਂ ਵਿੱਚ ਤਾਂ ਬਹੁਤ ਗੰਦਮੰਦ ਹੁੰਦਾ, ਸਾਡਾ ਕਿਰਦਾਰ ਉਹਦੇ ਵਾਸਤੇ ਸਹੀ ਵੀ ਨਹੀਂ ਹੈ। ਪਰ ਇਹ ਜਿਹੜੇ ਕੰਸਟਰਕਟ ਕੀਤੇ ਜਾਂਦੇ ਨੇ ਨਾ, ਇਹ ਸਾਰੇ ਕਰੈਕਟਰ, ਇਹ ਇੱਕ ਕੱਟੜ ਸੋਚ ਦਾ ਹੀ ਤਰੀਕਾ ਹੁੰਦਾ ਆ ਕਿ ਦੂਸਰੀ ਜਿਸ ਨੂੰ ਆਪਾਂ ਥੱਲੇ ਕਰਨਾ ਆ ਉਹਨੂੰ ਮਜ਼ਾਕ ਦਾ ਪਾਤਰ ਬਣਾ ਦਿਓ, ਉਹਨੂੰ ਇਹ ਕਰ ਦਿਓ ਕਿ ਇਹਨਾਂ ਦੇ ਤਾਂ ਦਿਮਾਗ ਹੀ ਨਹੀਂ ਕੰਮ ਕਰਦੇ, ਇਹ ਤਾਂ ਸਿਰਫ ਐਵੇਂ ਹਾਸਾ ਪਾਉਣ ਦੇ ਕੰਮ ਆ ਸਕਦੇ, ਜੋਕਰ ਨੇ। ਤਾਂ ਫਿਰ ਇਹ ਤੁਸੀਂ ਵੀ ਜਾਣਦੇ ਹੋ ਕਿ ਕਿਸੇ ਦਾ ਵੀ ਬੱਚਾ ਆਪਣੇ ਆਪ ਨੂੰ ਜੋਕਰ ਕਹਿਲਾਉਣਾ ਨਹੀਂ ਸਮਝੂਗਾ ਜੇਕਰ ਉਹ ਇਹ ਦਿਖਾਉਣ ਕਿ ਸਿੱਖ ਜਿਹੜੇ ਨੇ ਉਹ ਬੜੇ ਪਾਵਰਫੁਲ ਨੇ, ਬੜੇ ਮਾਰਸ਼ਲ ਨੇ। ਇਹਦੇ ਵਿੱਚ ਵੀ ਧਿਆਨ ਦਿਆ ਜੇ, ਜਿਹੜੀਆਂ ਪੁਰਾਣੀਆਂ ਫਿਲਮਾਂ ਸੀ ਉਹਦੇ ਵਿੱਚ ਇੱਕ ਸਿੱਖ ਦਾ ਕਿਰਦਾਰ ਬਹੁਤ ਵੱਡਾ, ਭਾਵੇਂ ਉਹ ਛੋਟਾ ਹੀ ਕਿਰਦਾਰ ਹੋਇਆ ਕਰਦਾ ਸੀ, ਪਰ ਬਹੁਤ ਵੱਡਾ ਔਰ ਐਕਚੁਅਲੀ ਉਹਦੇ ਕਿਰਦਾਰ ਦੇ ਨਾਲ ਮਿਲਦੀ ਜੁਲਦੀ ਚੀਜ਼ ਦਿਖਾਈ ਜਾਂਦੀ ਸੀ ਪੁਰਾਣੀਆਂ। ਉਸ ਤੋਂ ਬਾਅਦ ਜਿਵੇਂ ਦੌਰ ਬਦਲਦਾ ਗਿਆ, ਜਿਵੇਂ ਖਾਸ ਤੌਰ 'ਤੇ 84 ਤੋਂ ਬਾਅਦ ਜਿਹੜੀਆਂ 90 ਦੇ ਦਸ਼ਕ ਦੇ ਵਿੱਚ ਫਿਲਮਾਂ ਬਣੀਆਂ, ਜੋ ਉਸ ਤੋਂ ਬਾਅਦ ਵੀ ਜੋ ਫਿਲਮਾਂ ਬਣਦੀਆਂ ਰਹੀਆਂ ਉਹਦੇ ਵਿੱਚ ਸਾਨੂੰ ਕਾਰਟੂਨ ਬਣਾ ਕੇ ਰੱਖ ਦਿੱਤਾ। ਹੁਣ ਇੱਕ ਗੱਲ ਆਪਾਂ ਸੋਚੀਏ ਕਿ ਜਦੋਂ ਸਾਡਾ ਬੱਚਾ ਸਕੂਲ ਜਾਂ ਕਾਲਜ ਜਾਊਗਾ, ਉਹਨੇ ਦਾੜਾ ਪ੍ਰਕਾਸ਼ ਕੀਤਾ, ਸਿਰ 'ਤੇ ਉਹਨੇ ਦਸਤਾਰ ਸਜਾਈ ਹੋਈ ਆ, ਉਹਨੂੰ ਦੇਖ ਕੇ ਕਹਿਣਗੇ, ਜਿਹੜਾ ਵੀ ਕੋਈ ਕਹੂਗਾ, ਅਗਰ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਾਂ ਬੰਬੇ ਕਿਤੇ ਜਾਂਦਾ ਤਾਂ ਉਹਨੂੰ ਕਹਿਣਗੇ ਹੜਿੱਪਾ ਜਾਂ ਬੱਲੇ ਬੱਲੇ ਕਰਕੇ ਦਿਖਾ ਜਾਂ ਕੁਛ ਵੀ ਇਹੋ ਜਿਹਾ, ਤਾਂ ਸਾਨੂੰ ਕੀ ਲੱਗਦਾ ਕਿ ਸਾਡੇ ਬੱਚੇ ਦਾ ਕੌਨਫੀਡੈਂਸ ਬੂਸਟ ਹੋਊਗਾ? ਨਹੀਂ। ਫਿਰ ਉਹ ਕੀ ਕਰ ਸਕਦਾ? ਹੁਣ ਜੇ ਤਾਂ ਉਹਦੇ ਘਰੋਂ ਉਹਨੂੰ ਸਿੱਖੀ ਮਿਲੀ ਹੈ, ਫਿਰ ਤਾਂ ਉਹ ਉਹਨੂੰ ਨਹੀਂ ਛੱਡੂਗਾ, ਫਿਰ ਤਾਂ ਉਹ ਕਹੂਗਾ ਕਿ ਜੋ ਵੀ ਹੈ ਮੈਂ ਤਾਂ ਇਹੀ ਹਾਂ, ਔਰ ਉਹ ਆਪਣਾ ਕਿਰਦਾਰ ਬਕਾਇਦਾ ਉੱਥੇ ਸ਼ੋਅ ਕਰੂਗਾ, ਡੈਮਨਸਟ੍ਰੇਟ ਕਰੂਗਾ। ਪਰ ਜੇਕਰ ਉਹਨੂੰ ਘਰੋਂ ਸਿੱਖੀ ਨਹੀਂ ਮਿਲੀ, ਉਹਨੂੰ ਸਿਰਫ ਇੱਕ ਇਹੀ ਚੀਜ਼ ਮਿਲੀ ਆ ਕਿ ਤੂੰ ਬਸ ਬਾਹਰ ਦੀ ਜਿਹੜੀ ਬਣਤਰ ਉਹੀ ਮਿਲੀ ਆ, ਫਿਰ ਉਹ ਜਾਂ ਤਾਂ ਉਸ ਵਹਿਣ 'ਚ ਵਹਿ ਜਾਊਗਾ ਅਤੇ ਜਾਂ ਫਿਰ ਉਹ ਆਪਣੀ ਜਿਹੜੀ ਕੰਸਟਰਕਟਿਡ ਜਿਹੜੀ ਉਹ ਆਈਡੈਂਟੀਟੀ ਹੈ ਉਸ ਨੂੰ ਛੱਡ ਕੇ ਉਹਨਾਂ ਦੀ ਆਈਡੈਂਟੀਟੀ ਵਰਗਾ ਹੋਣਾ ਚਾਹੂਗਾ, ਜਿਹਦੇ ਵਿੱਚ ਉਹਦਾ ਪਤਾ ਹੀ ਨਾ ਲੱਗੇ ਕਿ ਉਹ ਸਰਦਾਰ ਹੈ, ਤਾਂ ਕਿ ਉਹਨੂੰ ਮਜ਼ਾਕ ਦਾ ਪਾਤਰ ਨਾ ਬਣਾਇਆ ਜਾ ਸਕੇ। ਸੋ ਜਿਹੜੀ ਕੱਟੜ ਸੋਚ ਹੁੰਦੀ ਹੈ ਨਾ, ਵੀਰ ਜੀ ਜਿਨ੍ਹਾਂ ਨੇ ਵੀ ਈਮੇਲ ਲਿਖੀ ਸੀ, ਪਤਾ ਨਹੀਂ ਕਿ ਉਹਨਾਂ ਨੇ ਨਾਮ ਨਹੀਂ ਲਿਖਿਆ, ਮੈਨੂੰ ਨਹੀਂ ਪਤਾ ਕਿ ਤੁਸੀਂ ਕਿਸ ਵਿਚਾਰਧਾਰਾ 'ਤੇ ਹੈਗੇ ਆ ਜਾਂ ਤੁਸੀਂ ਇਹ ਕਿਉਂ ਸਵਾਲ ਕੀਤਾ ਹੈ, ਬਟ ਅਗਰ ਜਿਸ ਵੀ ਤਰੀਕੇ ਨਾਲ ਸਵਾਲ ਹੈ, ਜੋ ਕੱਟੜ ਸੋਚ ਹੁੰਦੀ ਹੈ ਨਾ, ਉਹਦਾ ਦਾਇਰਾ ਬਹੁਤ ਵੱਡਾ ਹੁੰਦਾ ਆ, ਉਹ ਛੋਟੀ ਜਿਹੀ ਗੱਲ ਨਹੀਂ ਹੁੰਦੀ। ਉਹ ਇੰਨੀ ਕੁ ਗੱਲ ਨਹੀਂ ਹੁੰਦੀ ਕਿ ਜੇ ਮੈਂ ਕਹਿੰਦੀ ਹਾਂ ਕਿ ਮੈਂ ਪਹਿਲਾਂ ਸਿੱਖ ਹਾਂ, ਬਾਕੀ ਸਭ ਕੁਛ ਮੈਂ ਬਾਅਦ 'ਚ ਹਾਂ, ਤਾਂ ਮੈਂ ਕੱਟੜ ਹਾਂ। ਔਰ ਜਿਹੜਾ ਬੰਦਾ ਇਹ ਕਹਿ ਰਿਹਾ ਹੈ ਕਿ ਅਸੀਂ ਤਾਂ ਸਿੱਖ ਤਾਂ ਪਾਗਲ ਹੁੰਦੇ ਆ ਜਾਂ ਹਿੰਦੂ ਤਾਂ ਪਾਗਲ ਹੁੰਦੇ, ਜਿਹੜੇ ਕੱਟੜ ਹਿੰਦੂ ਤਾਂ ਪਾਗਲ ਹੁੰਦੇ ਆ ਜਾਂ ਕੱਟੜ ਮੁਸਲਮਾਨ ਪਾਗਲ ਹੁੰਦੇ ਆ, ਜਿਹੜੇ ਇਹ ਲੋਕ ਨੇ
ਉਹ ਸਿਆਣੇ ਨੇ। ਇੱਦਾਂ ਨਹੀਂ ਹੁੰਦਾ। ਜਿਹੜੀ ਕੱਟੜਤਾ ਹੈ ਉਹ ਤੁਹਾਡੀ ਉਸ ਵਿਚਾਰਧਾਰਾ ਵਿੱਚ ਆਉਂਦੀ ਹੈ ਜਿਹੜੀ ਆਪਣੇ ਆਪ ਨੂੰ ਸੁਪਰੀਮ ਦੱਸ ਕੇ ਔਰ ਬਾਕੀ ਸਾਰਿਆਂ ਨੂੰ ਆਪਣੇ ਵਿੱਚ ਰਲਾਉਣਾ ਚਾਹੇ। ਇਹ ਵੀ ਗੱਲ ਨਾਲ ਹੈ, ਇਹਨੂੰ ਨਾਲ ਲੈ ਕੇ ਚੱਲਿਆ ਜੇ ਕਿ ਜੋ ਇਹ ਕਹੇ ਕਿ ਜੋ ਮੈਂ ਸੋਚ ਰਿਹਾ ਉਹੀ ਠੀਕ ਹੈ ਔਰ ਬਾਕੀ ਸਾਰਿਆਂ ਨੂੰ ਮੇਰੇ ਵਰਗਾ ਹੀ ਸੋਚਣਾ ਚਾਹੀਦਾ, ਉਹ ਕੱਟੜ ਹੁੰਦਾ। ਜਦੋਂ ਅਸੀਂ ਇਸ ਸਵਾਲ ਦਾ ਜਵਾਬ ਦੇ ਰਹੇ ਹਾਂ ਕਿ ਸਿੱਖਾਂ ਦਾ ਗੈਰ ਸਿੱਖਾਂ ਨਾਲ ਵਿਆਹ ਕਰਨਾ ਜਾਇਜ਼ ਹੈ ਕਿ ਨਹੀਂ, ਤਾਂ ਇਹ ਗੱਲ ਮੈਂ ਦੁਬਾਰਾ ਦੁਹਰਾ ਦਿਆਂ, ਵਿਆਹ ਦੇ ਨਾਲ ਸਾਨੂੰ ਕੋਈ ਆਪੱਤੀ ਨਹੀਂ। ਭਾਵੇਂ ਉਹ ਕੋਈ ਸਿੱਖ ਹੈ, ਜੇ ਉਹਨੂੰ ਆਪਣੀ ਸਿੱਖੀ ਦੇ ਨਾਲ ਪਿਆਰ ਹੈ ਤਾਂ ਉਹਦਾ ਜਵਾਬ ਹੋਰ ਹੈ, ਜੇ ਉਹਨੂੰ ਪਿਆਰ ਹੀ ਨਹੀਂ ਉਹਦਾ ਜਵਾਬ ਹੋਰ ਹੈ। ਇਹ ਵੀ ਮੈਂ ਪਿਛਲੀ ਵਾਰੀ ਕੀਤੀ ਸੀ, ਪਰ ਅਸੀਂ ਗੱਲ ਕੀਤੀ ਸੀ ਆਨੰਦ ਕਾਰਜ ਦੀ। ਆਨੰਦ ਕਾਰਜ ਸਿਰਫ 2 ਸਿੱਖਾਂ ਦੇ ਵਿੱਚ ਹੀ ਹੋ ਸਕਦਾ। ਵਿਆਹ ਭਾਵੇਂ ਤੁਸੀਂ ਜਿਹਦੇ ਨਾਲ ਮਰਜ਼ੀ ਕਰਾਈ ਚੱਲੋ। ਹੁਣ ਇਹ ਜਿਹੜਾ ਡਿਫਰੈਂਸ ਹੈ ਵਿਆਹ ਦਾ ਤੇ ਆਨੰਦ ਕਾਰਜ ਦਾ, ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਵਿਆਹ ਤੁਸੀਂ ਕਿਤੇ ਵੀ ਜਾ ਕੇ ਆਪਣਾ ਮੈਰਿਜ ਰਜਿਸਟਰ ਕਰਵਾ ਸਕਦੇ ਆ, ਪਰ ਜਦੋਂ ਤੁਸੀਂ ਆਨੰਦ ਕਾਰਜ ਕਰਾਉਣਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਹੋਣਾ ਔਰ ਗੁਰੂ ਗ੍ਰੰਥ ਸਾਹਿਬ ਨੂੰ ਬਕਾਇਦਾ ਗੁਰੂ ਮੰਨ ਕੇ ਹੀ ਹੋਣਾ। ਔਰ ਜਦੋਂ ਆਪਾਂ ਗੁਰੂ ਮੰਨ ਲਈਏ ਤਾਂ ਫਿਰ ਗੁਰੂ ਦੀ ਮੰਨਣੀ ਵੀ ਪੈਂਦੀ ਹੈ। ਔਰ ਜਿਹੜਾ ਤੁਹਾਡਾ ਪਾਰਟਨਰ ਹੈ, ਅਗਰ ਉਹ ਨੌਨ ਸਿੱਖ ਹੈ, ਉਹਨੂੰ ਪਤਾ ਹੀ ਨਹੀਂ ਕਿ ਤੁਸੀਂ ਕਿਹਦੇ ਸਾਹਮਣੇ ਬੈਠੇ ਆ, ਤਾਂ ਉਹਦੇ ਵਾਸਤੇ ਉਹ ਗੁਰੂ ਨੂੰ ਜਦੋਂ ਗੁਰੂ ਹੀ ਨਹੀਂ ਮੰਨ ਰਿਹਾ ਤਾਂ ਫਿਰ ਉਹਨਾਂ ਦੀ ਆਗਿਆ ਲੈਣ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ। ਸੋ ਇਹ ਗੱਲ ਸੀਗੀ। ਜੇ ਤੁਹਾਡਾ ਸਵਾਲ ਇਹ ਸੀ ਕਿ ਉਹ ਜਿਹੜੀ ਕੱਟੜ ਸੋਚ ਹੈ ਉਹ ਪਿਛਲੇ ਜਿਹੜਾ ਐਪੀਸੋਡ ਸੀ ਉਹਦੇ ਵਿੱਚ ਤੁਹਾਨੂੰ ਲੱਗੀ ਆ, ਤਾਂ ਉਹ ਕੱਟੜ ਨਹੀਂ ਵੀਰ ਜੀ, ਉਹ ਸਾਡੇ ਸਿਧਾਂਤ ਨੇ ਔਰ ਸਿਧਾਂਤਾਂ ਦੇ ਉੱਤੇ ਅਸੀਂ ਪਹਿਰਾ ਹਮੇਸ਼ਾ ਦਿੰਦੇ ਰਹਾਂਗੇ, ਚਾਹੇ ਅਸੀਂ ਬਾਰ-ਬਾਰ ਕੱਟੜ ਗਰਦਾਨੇ ਜਾਈਏ ਜਾਂ ਜੋ ਮਰਜ਼ੀ ਤੁਸੀਂ ਜੋ ਵੀ ਨਾਮ ਦੇਣਾ ਚਾਹੋ, ਹੱਸ ਕੇ ਅਸੀਂ ਝੋਲੀ ਪਾਉਣ ਨੂੰ ਤਿਆਰ ਹਾਂ। ਪਰ ਜੋ ਸਿਧਾਂਤ ਨੇ, ਸਿਰਫ ਇਸ ਕਰਕੇ ਕਿ ਕੋਈ ਚੀਜ਼ ਮੈਂ ਨਹੀਂ ਕਰ ਪਾ ਰਹੀ ਤਾਂ ਮੈਂ ਉਹਨੂੰ ਕਹਾਂ ਇਹ ਸਿਧਾਂਤ ਹੀ ਨਹੀਂ ਹੈ, ਇਹ ਬੇਵਕੂਫੀ ਹੈ। ਅਗਰ ਮੇਰਾ ਦਿਲ ਕਰਨ ਲੱਗ ਜੇ ਕੱਲ੍ਹ ਨੂੰ ਕਿ ਨਹੀਂ ਮੈਨੂੰ ਨਾ ਮੇਰੇ ਵਾਲ ਇੱਥੋਂ ਜੇ ਕੱਟੇ ਹੋਣੇ ਚਾਹੀਦੇ ਆ, ਤਾਂ ਠੀਕ ਆ, ਮੇਰੀ ਮਰਜ਼ੀ ਆ, ਕੱਟੀ ਜਾਓ, ਕਿਉਂਕਿ ਗੁਰੂ ਨੂੰ ਤੁਹਾਡੀ ਲੋੜ ਨਹੀਂ ਹੈ, ਸਾਨੂੰ ਗੁਰੂ ਦੀ ਲੋੜ ਹੈ। ਔਰ ਜਦੋਂ ਮੈਂ ਅਗਰ ਜਾ ਕੇ ਕੱਟ ਕੇ ਆ ਜਾਵਾਂ ਔਰ ਫਿਰ ਮੈਂ ਇਹ ਗੱਲ ਪ੍ਰਚਾਰਨੀ ਸ਼ੁਰੂ ਕਰਦਾ ਕਿ ਨਹੀਂ ਜੀ ਸਿੱਖੀ ਦੀ ਤਾਂ ਇਹਦੇ 'ਚ ਗੱਲ ਹੀ ਕੋਈ ਨਹੀਂ, ਸਿੱਖੀ ਤਾਂ ਇਹ ਵਾਲਾਂ 'ਚ ਥੋੜ੍ਹੀ ਆ, ਫਿਰ ਇਹ ਮੇਰੀ ਬੇਵਕੂਫੀ ਹੈ। ਇਹ ਮੇਰਾ ਚਲਾਕ ਹੋਣ ਦਾ ਜਿਹੜਾ ਇੱਕ ਮੈਂ ਆਪਣੇ ਆਪ ਨੂੰ ਚਤਰ ਚਲਾਕ ਸਮਝ ਕੇ ਇਸ ਚੀਜ਼ ਨੂੰ ਮੈਂ ਮੋਡੀਫਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੋਊਂਗੀ। ਇੰਝ ਹੁੰਦਾ ਨਹੀਂ। ਕੋਈ ਵੀ ਚੀਜ਼ ਅਗਰ ਉਹ ਮੈਂ ਖੁਦ ਕਰ ਰਹੀ ਹਾਂ, ਮੈਨੂੰ ਇਹ ਦੇਖਣਾ ਪਊਗਾ ਸਿੱਖੀ ਸਿਧਾਂਤ ਕੁੱਲ ਪੰਥ ਵਾਸਤੇ ਹੈ, ਕੱਲੀ ਕਿਰਨਪ੍ਰੀਤ ਵਾਸਤੇ ਨਹੀਂ, ਜਾਂ ਕੱਲੀ ਕਿਰਨਪ੍ਰੀਤ ਪੰਥ ਜਾਂ ਜਿਹੜੇ ਸਿਧਾਂਤ ਆ ਉਹ ਘੜ ਨਹੀਂ ਸਕਦੀ। ਸਿਧਾਂਤ ਸਾਨੂੰ ਬਾਬੇ ਨਾਨਕ ਨੇ ਦਿੱਤੇ ਹੋਏ ਆ, ਉਹਨਾਂ ਉੱਤੇ ਹੀ ਪਹਿਰਾ ਦੇਣਾ ਪਊਗਾ। ਅੱਗੇ ਚੱਲਦੇ ਹਾਂ ਜੀ। ਜਿਹੜਾ ਅੱਜ ਦਾ ਐਪੀਸੋਡ ਹੈ, ਵੈਸੇ ਤਾਂ ਅੱਧਾ ਟਾਈਮ ਤਾਂ ਮੈਂ ਇਹਦੇ ਵਿੱਚ ਹੀ ਕੱਢ ਲਿਆ, ਬਟ ਜਿਹੜਾ ਅੱਜ ਦਾ ਐਪੀਸੋਡ ਹੈ ਉਹ ਐਪੀਸੋਡ ਬਕਾਇਦਾ ਜਿਹੜਾ ਜੋ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਕੀਤਾ ਉਹਦਾ ਇੱਕ ਰੀਕੈਪ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਆਪਾਂ ਨੂੰ ਗੱਲ ਸ਼ੁਰੂ ਕਰਨੀ ਪਊਗੀ। ਆਪ ਜੀ ਤੋਂ ਬਹੁਤ ਸਾਰੇ ਜਿਹੜੇ ਸੰਗਤ ਦੇ ਕੁਝ ਮੈਂਬਰਸ ਨੂੰ ਇਹ ਲੱਗ ਸਕਦਾ ਕਿ ਮੈਂ ਬਾਰ-ਬਾਰ ਰਿਪੀਟ ਕਰਦੀ ਹਾਂ ਗੱਲਾਂ, ਪਰ ਇਹ ਰਿਪੀਟ ਕਰਨੀਆਂ ਜ਼ਰੂਰੀ ਨੇ ਸੰਗਤ ਜੀ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਅਗਰ ਅਸੀਂ ਬਾਰ-ਬਾਰ ਇਹ ਨਾ ਸਮਝਿਆ ਸਾਡੇ 'ਚ ਪ੍ਰੋਬਲਮ ਕੀ ਹੋਈ ਆ, ਸਾਡੇ 'ਚ ਜਿੰਨਾ ਕਿ ਮੇਰੀ ਮੱਤ ਕੰਮ ਕਰਦੀ ਆ, ਜੋ ਮੈਨੂੰ ਸਮਝ ਆਉਂਦੀ ਹੈ, ਸਾਡੇ 'ਚ ਪ੍ਰੋਬਲਮ ਕੀ ਹੋਈ ਆ। ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਜਦੋਂ ਗੱਲ ਕੀਤੀ ਆ ਤਾਂ ਉਹਨਾਂ ਦੇ ਨਾਲ ਅਸੀਂ ਗੁਰੂ ਅੰਗਦ ਦੇਵ ਮਹਾਰਾਜ ਦੀ ਗੱਲ ਨਹੀਂ ਕੀਤੀ, ਅਤੇ ਜੇ ਉਹਨਾਂ ਦੇ ਗੁਰੂ ਅੰਗਦ ਦੇਵ ਮਹਾਰਾਜ ਦੀ ਗੱਲ ਕੀਤੀ ਆ ਤਾਂ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਨਹੀਂ ਕੀਤੀ। ਅਸੀਂ ਇਹਨੂੰ ਕੰਟੀਨਿਊਟੀ ਵਿੱਚ ਨਹੀਂ ਪ੍ਰਚਾਰਿਆ, ਨਾ ਕੰਟੀਨਿਊਟੀ ਵਿੱਚ ਦੇਖਿਆ। ਸਿੱਖ ਇਤਿਹਾਸ, ਮੈਂ ਬਾਰ-ਬਾਰ ਇਹ ਗੱਲ ਬੋਲਦੀ ਰਹਿੰਦੀ ਹਾਂ ਕਿ ਸਿੱਖ ਇਤਿਹਾਸ ਨੂੰ ਸਾਨੂੰ ਕੰਟੀਨਿਊਟੀ ਵਿੱਚ ਹੀ ਦੇਖਣਾ ਪਊਗਾ। 1469 ਤੋਂ ਲੈ ਕੇ 1699 ਤੱਕ ਜਿਹੜਾ ਇੱਕ ਕੰਟੀਨਿਊਟੀ ਵਿੱਚ ਸਾਨੂੰ ਦੇਖਣਾ ਪਊਗਾ, ਔਰ ਉਸੇ ਹੀ ਕੰਟੀਨਿਊਟੀ ਦਾ ਹਿੱਸਾ ਉਸ ਤੋਂ ਬਾਅਦ ਵਾਲਾ ਸਮਾਂ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤੋਂ ਪਹਿਲਾਂ ਤੱਕ ਦਾ ਦੇਖਣਾ ਪਊਗਾ। ਔਰ ਉਸੇ ਹੀ ਕੰਟੀਨਿਊਟੀ ਵਿੱਚ ਅੱਗੇ ਸਾਨੂੰ, ਜਦੋਂ ਆਪਾਂ ਇਸ ਨੂੰ ਕੰਟੀਨਿਊਟੀ ਵਿੱਚ ਵੇਖਾਂਗੇ, ਸਾਨੂੰ ਆਪਣਾ ਇਤਿਹਾਸ ਸਮਝ ਆਊਗਾ, ਸਾਨੂੰ ਆਪਣੇ ਸਿਧਾਂਤ ਸਮਝ ਆਉਣਗੇ, ਫਿਰ ਸਾਨੂੰ ਸਮਝ ਲੱਗੂਗਾ ਕਿ ਅਕਾਲ ਤਖਤ ਮਹਾਨ ਕਿਉਂ ਹੈ, ਔਰ ਫਿਰ ਸਾਨੂੰ ਇਹ ਸਮਝ ਲੱਗੂਗੀ ਕਿ ਸਾਡੀਆਂ ਜਿਹੜੀਆਂ ਰਵਾਇਤਾਂ ਨੇ, ਜੋ ਸਾਡੇ ਸਿਧਾਂਤ ਨੇ, ਉਹ ਆਏ ਕਿੱਥੋਂ। ਫਿਰ ਪਤਾ ਲੱਗੂਗਾ ਕਿ ਮੂਲ ਜੋ ਹੈ ਉਹ ਗੁਰੂ ਨਾਨਕ ਪਾਤਸ਼ਾਹੀ ਹੈ। ਸ਼ੁਰੂ ਸਭ ਕੁਝ ਉੱਥੋਂ ਹੀ ਹੁੰਦਾ ਆ। ਉਸ ਤੋਂ ਬਾਅਦ ਸਾਡੀ ਉਹ ਜਿਹੜੇ ਕਿਉਂਕਿ ਸਿਧਾਂਤ ਗੁਰੂ ਪਾਤਸ਼ਾਹ ਸਾਨੂੰ ਦੇ ਗਏ, ਪਰ ਉਹਨਾਂ ਨੂੰ ਦ੍ਰਿੜ ਵੀ ਤਾਂ ਕਰਾਉਣਾ ਸੀ ਨਾ, ਰਿਹਰਸਲ ਵੀ ਤਾਂ ਸਾਨੂੰ ਕਰਾਉਣੀ ਸੀ ਨਾ। ਬਾਕੀ 9 ਜਾਮੇ ਜਿਹੜੇ ਸਾਡੀ ਉਹਨਾਂ ਸਿਧਾਂਤਾਂ ਦੀ ਰਿਹਰਸਲ ਕਰਵਾਉਂਦੇ ਨੇ ਜੋ ਗੁਰੂ ਨਾਨਕ ਪਾਤਸ਼ਾਹ ਦਿੰਦੇ ਨੇ। ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ,
ਤਾਂ ਬਹੁਤ ਸਾਰੇ ਲੋਕ ਜਿਹੜੇ ਆਪਣੇ ਆਪ 'ਚ, ਉਹ ਫਿਰ ਮੈਂ ਉਹੀ ਚਲਾਕ ਅੱਖਰ ਯੂਜ਼ ਕਰੂੰਗੀ ਕਿ ਚਲਾਕ ਜਿਹੜੇ ਲੋਕ ਨੇ ਉਹ ਕਹਿ ਦਿੰਦੇ ਨੇ ਕਿ ਗੁਰੂ ਨਾਨਕ ਨੇ ਨਹੀਂ ਸਾਜਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਜਿਆ। ਅਤੇ ਜੇ ਤੁਸੀਂ ਗੁਰੂ ਨਾਨਕ ਨਾਮ ਲੇਵਾ ਸੰਗਤ ਹੋ ਤਾਂ ਤੁਹਾਨੂੰ ਖਾਲਸੇ ਨਾਲ ਕੋਈ ਮਤਲਬ ਨਹੀਂ, ਕਿਉਂਕਿ ਤੁਹਾਡਾ ਗੁਰੂ ਗੋਬਿੰਦ ਸਿੰਘ ਨਾਲ ਕੋਈ ਮਤਲਬ ਨਹੀਂ। ਜਦੋਂ ਅਸੀਂ ਇਹੋ ਜਿਹੀਆਂ ਵੰਡੀਆਂ 'ਚ ਪੈ ਜਾਵਾਂਗੇ ਨਾ, ਫਿਰ ਅਸੀਂ, ਔਰ ਇਹੀ ਹੋਇਆ ਹੈ ਸਾਡੇ ਨਾਲ, ਇਹੀ ਸਾਡੀ ਪ੍ਰੋਬਲਮ ਹੈ, ਕਿਉਂਕਿ ਸਾਡੇ 'ਚ ਪ੍ਰਚਾਰਿਆ ਇਹ ਗਿਆ ਕਿ ਗੁਰੂ ਨਾਨਕ ਅਲੱਗ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਲੱਗ। ਬਾਰ-ਬਾਰ ਮੈਂ ਜਦੋਂ ਵੀ ਗੱਲ ਕਰੂੰਗੀ, ਔਰ ਇਹ ਜਿੰਨੀ ਵਾਰੀ ਵੀ 10 ਗੁਰੂਆਂ ਦੀ ਗੱਲ ਕਰਾਂਗੇ ਆਪਾਂ, ਤਾਂ ਸਾਨੂੰ ਬਾਰ-ਬਾਰ, ਇੱਥੋਂ ਤੱਕ ਕਿ ਜਦੋਂ ਆਪਾਂ ਮੁਕਤਿਆਂ ਦੀ ਗੱਲ ਕਰਾਂਗੇ, ਜਦੋਂ ਅਸੀਂ ਅੱਗੇ ਚੱਲ ਕੇ, ਜਦੋਂ ਅਸੀਂ ਸਿੰਘਾਂ ਸਿੰਘਣੀਆਂ ਦੀ ਗੱਲ ਕਰਾਂਗੇ ਅਰਦਾਸ ਦੇ ਵਿੱਚ, ਸਾਨੂੰ ਬਕਾਇਦਾ ਗੁਰੂਆਂ ਦਾ ਜਿਹੜਾ ਸਮਾਂ ਹੈ ਉਹ ਦੁਹਰਾਉਣਾ ਪਊਗਾ, ਮੈਨੂੰ ਇਹ ਰਿਪੀਟ ਕਰਨਾ ਪਊਗਾ। ਸੋ ਮੇਰੇ ਨਾਲ ਥੋੜ੍ਹਾ ਜਿਹਾ ਤੁਸੀਂ ਪੇਸ਼ੈਂਸ ਰੱਖ ਕੇ ਅਤੇ ਫਿਰ ਮੇਰੀ ਗੱਲ ਨੂੰ ਸੁਣਨ ਦੀ ਜਿਹੜੀ ਕਿਰਪਾਲਤਾ ਉਹ ਕਰਨਾ ਤੁਸੀਂ। ਇਸ ਐਪੀਸੋਡ ਦੇ ਵਿੱਚ ਜਿਹੜੀ ਆ ਉਹ ਉਸੇ ਹੀ ਨਿਰੰਤਰਤਾ ਦੀ ਗੱਲ ਦੇ ਵਿੱਚ ਮੈਨੂੰ ਇੱਕ ਕਿਉਂਕਿ ਆਪਾਂ ਹੁਣ ਅਗਲੀ ਗੱਲ ਕਰਨੀ ਹੈ ਗੁਰੂ ਅਮਰਦਾਸ ਪਾਤਸ਼ਾਹ ਦੀ, ਹੈ ਨਾ। ਜਦੋਂ ਆਪਾਂ ਅਰਦਾਸ ਦੇ ਵਿੱਚ, ਜਦੋਂ ਆਪਾਂ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ, ਜਦੋਂ ਇੱਥੋਂ, ਕਿਉਂਕਿ ਗੁਰੂ ਨਾਨਕ ਲਈ ਧਿਆਏ, ਜਦੋਂ ਹੁਣ ਆਪਾਂ ਇਹ ਗੱਲ ਕਰ ਲਈ ਕਿ ਗੁਰੂ ਨਾਨਕ ਨੂੰ ਧਿਆਉਣਾ ਹੈ, ਤਾਂ ਗੁਰੂ ਨਾਨਕ ਨੂੰ ਧਿਆਉਂਦੇ ਹੋਏ ਕੀ ਦਿਮਾਗ 'ਚ ਆਉਣਾ ਚਾਹੀਦਾ, ਸਾਡੇ ਖਿਆਲ 'ਚ ਕੀ ਆਉਣਾ ਚਾਹੀਦਾ ਕਿ ਅਸੀਂ ਗੁਰੂ ਨਾਨਕ ਨੂੰ ਅਸੀਂ ਬੁੱਤ ਨੂੰ ਥੋੜ੍ਹੀ ਧਿਆਉਣਾ ਹੈ ਨਾ, ਉਹਨਾਂ ਦੇ ਸਿਧਾਂਤਾਂ ਨੂੰ ਧਿਆਉਣਾ ਹੈ। ਗੁਰੂ ਨਾਨਕ ਜਿਹੜੇ ਆ ਉਹਨਾਂ ਦੀ ਜਿਹੜੀ ਫੋਟੋ, ਆਪਾਂ ਇਹ ਗੱਲ ਪਹਿਲਾਂ ਕਰ ਚੁੱਕੇ, ਕੋਈ ਫੋਟੋ ਨਹੀਂ, ਸਾਨੂੰ ਫੋਟੋ ਦਾ ਦਿਮਾਗ 'ਚ ਹੀ ਨਹੀਂ ਰੱਖਣਾ ਕਿ ਗੁਰੂ ਨਾਨਕ ਦੀ ਫੋਟੋ ਕੀ ਹੈ, ਅਸੀਂ ਸਿਰਫ ਦਿਮਾਗ 'ਚ ਰੱਖਣਾ ਕਿ ਗੁਰੂ ਨਾਨਕ ਦੇ ਸਿਧਾਂਤ ਕੀ ਸੀ। ਫਿਰ ਉਸੇ ਹੀ ਸਿਧਾਂਤਾਂ ਦਾ ਜਿਹੜਾ ਜੋੜ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਨਾਲ ਕਿੱਦਾਂ ਜੁੜਦਾ, ਔਰ ਉਹ ਕਿੱਦਾਂ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਦੇ ਹੀ ਸਿਧਾਂਤਾਂ ਨੂੰ ਅੱਗੇ ਲੈ ਕੇ ਚੱਲਦੇ ਨੇ, ਇਹਦੀ ਗੱਲ ਕਰਨੀ ਹੈ। ਔਰ ਉਸ ਤੋਂ ਬਾਅਦ ਜਦੋਂ ਇਹਨਾਂ ਦੋਨਾਂ ਦੀ ਗੱਲ ਹੋ ਗਈ, ਫਿਰ ਉਸੇ ਹੀ ਲੈਅ ਦੇ ਵਿੱਚ, ਉਸੇ ਹੀ ਲੜੀ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਆ ਜਾਂਦੇ ਨੇ, ਸਾਨੂੰ ਫਿਰ ਉਹਨਾਂ ਦੀ ਗੱਲ ਕਰਨੀ ਪਊਗੀ। ਇਹ ਸਾਨੂੰ ਇੱਕ ਲੜੀਵਾਰ ਦੇਖਣਾ ਪਊਗਾ। ਸੋ ਇਹ ਜ਼ਰੂਰੀ ਇਸ ਲਈ ਹੈ ਸੰਗਤ ਜੀ, ਕਿਉਂਕਿ ਗੁਰੂ ਸਾਹਿਬਾਨਾਂ ਨੂੰ, ਮੈਂ ਫਿਰ ਇਹ ਦੁਹਰਾ ਰਹੀ ਹਾਂ, ਅਲੱਗ-ਅਲੱਗ ਕਰਕੇ ਆਪਾਂ ਨਹੀਂ ਦੇਖ ਸਕਦੇ। ਔਰ ਜਦੋਂ ਅਸੀਂ ਇਹਨਾਂ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖਾਂਗੇ, ਫਿਰ ਸਾਨੂੰ ਸਮਝ ਆਊਗੀ ਕਿ ਭਾਈ ਗੁਰਦਾਸ ਕਿਉਂ ਲਿਖਦੇ ਨੇ, ਜੋਤੀ ਜੋਤ ਮਿਲਾਏ ਕੇ ਸਤਿਗੁਰੂ ਨਾਨਕ ਰੂਪ ਵਟਾਇਆ, ਲੱਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ, ਕਾਇਆ ਪਲਟ ਸਰੂਪ ਬਣਾਇਆ। ਇਹ ਕਿਉਂ ਕਹਿੰਦੇ ਨੇ ਮਹਾਰਾਜ ਭਾਈ ਗੁਰਦਾਸ ਜੀ, ਕਿਉਂ ਕਹਿੰਦੇ ਨੇ? ਕਿਉਂ ਉਹ ਉਸੇ ਹੀ ਇੱਕ ਰੂਪ ਨੂੰ ਕਹਿੰਦੇ ਨੇ ਕਿ ਗੁਰੂ ਨਾਨਕ ਨੇ ਹੀ ਰੂਪ ਪਲਟਿਆ ਅਤੇ ਗੁਰੂ ਅੰਗਦ ਦੇਵ ਬਣ ਜਾਏ? ਕਿਉਂਕਿ ਹੁਣ ਜਦੋਂ ਆਪਾਂ ਲੌਜੀਕਲ ਲੈਵਲ ਦੇ ਉੱਤੇ ਦੇਖਾਂਗੇ ਤਾਂ ਇਹ ਤਾਂ ਹੈ ਨਹੀਂ ਕਿ ਗੁਰੂ ਨਾਨਕ ਜਿਹੜੇ ਨੇ ਉਹ ਗੁਰੂ ਅੰਗਦ ਦੇਵ ਬਣ ਕੇ ਟਰਾਂਸਫਾਰਮ ਹੋ ਕੇ ਸਾਡੇ ਸਾਹਮਣੇ ਆ ਗਏ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਤਾਂ ਗੁਰੂ ਨਾਨਕ ਦੇ ਸੰਗ ਕਰ ਰਹੇ ਨੇ ਨਾ। ਉਹ ਜੋਤ ਜਿਹੜੀ ਹੈ, ਜਦੋਂ ਆਪਾਂ ਕਹਿੰਦੇ ਹਾਂ ਕਿ ਜੋਤ ਗੁਰੂ ਨਾਨਕ ਦੀ ਹੀ ਜੋਤ ਗੁਰੂ ਅੰਗਦ ਦੇਵ ਪਾਤਸ਼ਾਹ 'ਚ ਜਾਂਦੀ ਹੈ, ਉਹਦਾ ਮਤਲਬ ਕੀ ਹੈ? ਸਾਨੂੰ ਸਮਝ ਉਦੋਂ ਪਊਗੀ ਜਦੋਂ ਸਾਨੂੰ ਇਹ ਪਤਾ ਲੱਗੂਗਾ ਕਿ ਐਕਚੁਅਲੀ ਗੱਲ ਹੋ ਕੀ ਰਹੀ ਆ, ਜਿਹੜੀ ਜੋਤ ਦੀ ਗੱਲ ਹੈ ਉਹ ਕੀ ਆ। ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਦੇ ਵਿੱਚ ਪਹਿਲਾਂ ਤਾਂ ਜੋਤ ਹੈ, ਆਲਰੇਡੀ ਉਹਨਾਂ ਦੇ ਵਿੱਚ ਇੱਕ ਜੋਤ ਹੈ। ਇੱਕ ਬਹੁਤ ਅੱਛੇ ਉਹਨਾਂ ਦੀ ਕਿਤਾਬ ਵੀ ਹੈਗੀ ਆ, ਸਪਿਰਿਚੁਅਲ ਐਵੋਲਿਊਸ਼ਨ, ਮੈਨੂੰ ਉਹਨਾਂ ਦਾ ਸੰਗਤ ਕਰਨ ਦਾ ਮੌਕਾ ਮਿਲਿਆ, ਡਾਕਟਰ ਕਮਲਜੀਤ ਸਿੰਘ ਰਿਆਤ। ਉਹਨਾਂ ਨੇ ਮੈਨੂੰ, ਜਦੋਂ ਇਸੇ ਜੋਤ ਦੇ ਉੱਤੇ ਅਸੀਂ ਗੱਲ ਕਰ ਰਹੇ ਸੀ, ਔਰ ਬੜਾ ਪਿਆਰਾ ਉਹਨਾਂ ਨੇ ਐਗਜ਼ਾਮਪਲ ਦਿੱਤੀ DNA ਦੀ। ਖੈਰ ਉਹ ਐਗਜ਼ਾਮਪਲ ਮੈਂ ਨਹੀਂ ਦਊਂਗੀ, ਕਿਉਂਕਿ ਮੈਂ ਉਲਟਾ ਪੁਲਟਾ ਕਰ ਦੂੰਗੀ। ਕਿਸੇ ਟਾਈਮ ਮੌਕਾ ਲੱਗੂਗਾ ਅਤੇ ਆਪਾਂ ਉਹਨਾਂ ਨੂੰ ਸਟੂਡੀਓ ਦੇ ਵਿੱਚ ਮੈਂ ਉਹਨਾਂ ਨੂੰ ਬੁਲਾਊਂਗੀ, ਔਰ ਆਪਾਂ ਉਹਨਾਂ ਦੇ ਨਾਲ ਹੀ ਗੱਲ ਕਰਾਂਗੇ ਕਿ ਸ਼ਾਇਦ ਉਹ ਇਸ ਚੀਜ਼ ਨੂੰ ਹੋਰ ਜ਼ਿਆਦਾ ਪ੍ਰੋਪਰ ਤਰੀਕੇ ਨਾਲ ਦੱਸ ਸਕਣ ਕਿ ਜਿਹੜੀ ਜੋਤ ਹੈ, ਜਦੋਂ ਆਪਾਂ ਕਹਿੰਦੇ ਗੁਰੂ ਨਾਨਕ ਦੀ ਹੀ ਜੋਤ ਅੱਗੇ ਟਰਾਂਸਫਰ ਹੋਈ ਹੈ, ਤਾਂ ਕਿਆ ਗੁਰੂ ਅੰਗਦ ਦੇਵ ਮਹਾਰਾਜ ਫਿਰ ਦੋ ਜੋਤਾਂ ਹੋ ਗਈਆਂ? ਨਹੀਂ, ਗੁਰੂ ਅੰਗਦ ਦੇਵ ਮਹਾਰਾਜ ਦੇ ਵਿੱਚ ਜੋਤ ਇੱਕ ਹੀ ਹੈ, ਪਰ ਉਹ ਕਿਸ ਤਰੀਕੇ ਨਾਲ ਗੁਰੂ ਨਾਨਕ ਦੀ ਜੋਤ ਅੱਗੇ ਟਰਾਂਸਫਾਰਮ ਹੁੰਦੀ ਹੈ, ਇਹ ਸਮਝਣ ਦੇ ਲਈ ਸਾਨੂੰ ਕੰਟੀਨਿਊਟੀ ਦੇਖਣੀ ਪਊਗੀ। ਸੋ ਜੋਤ ਦੀ ਗੱਲ ਜਦੋਂ ਕਿਤੇ ਆਊਗੀ, ਆਪਾਂ ਉਦੋਂ ਐਕਸਕਲੂਸਿਵਲੀ ਉਹਦੇ ਉੱਤੇ ਇੱਕ ਐਪੀਸੋਡ ਕਰਾਂਗੇ। ਪਰ ਅਜੇ ਆਪਾਂ ਇੰਨਾ ਕੀ ਸਮਝ ਲਈਏ ਕਿ ਜਿਹੜੀ ਉਹ ਗੱਲ ਹੈ, ਆਪਾਂ ਇਹਨੂੰ ਇੰਨਾ ਕੁ ਮਤਲਬ ਸਮਝ ਲਈਏ ਕਿ ਗੁਰੂ ਨਾਨਕ ਦੇ ਹੀ ਸਿਧਾਂਤਾਂ ਨੂੰ ਗੁਰੂ ਅੰਗਦ ਜਿਹੜੇ ਨੇ ਉਹ ਅੱਗੇ ਲੈ ਕੇ ਤੁਰਦੇ ਨੇ। ਗੁਰੂ ਅੰਗਦ ਦੇਵ ਪਾਤਸ਼ਾਹ ਕੁਛ ਨਵਾਂ ਸਿਧਾਂਤ ਨਹੀਂ ਸਾਨੂੰ ਦਿੰਦੇ, ਉਹ ਗੁਰੂ ਨਾਨਕ ਦੇ ਹੀ ਸਿਧਾਂਤਾਂ ਨੂੰ ਅੱਗੇ ਲੈ ਕੇ ਤੁਰਦੇ ਨੇ। ਹੁਣ ਗੁਰੂ ਨਾਨਕ ਪਾਤਸ਼ਾਹ ਨੇ, ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰ ਰਹੇ ਸੀ, ਤਾਂ ਉਹਨਾਂ ਨੇ ਸਾਨੂੰ 4 ਮੂਲ ਗੱਲਾਂ ਦੱਸੀਆਂ ਨੇ। ਕਿਹੜੀਆਂ-ਕਿਹੜੀਆਂ? ਪਹਿਲੀ ਗੱਲ ਗੁਰੂ ਪਾਤਸ਼ਾਹ ਸਾਨੂੰ ਦੱਸਦੇ ਨੇ ਕਿ ਕੋਈ ਵੀ ਕੈਟਾਗਰੀ ਨਹੀਂ। ਇਹਦੇ ਵਾਸਤੇ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਦੇ ਜੀਵਨ ਦੇ ਵਿੱਚੋਂ ਜੋ ਸਿਧਾਂਤ ਸਾਨੂੰ ਉਹ ਦੇ ਰਹੇ ਨੇ, ਜੀ ਕੇ ਸਾਨੂੰ ਉਹ ਸਿਧਾਂਤ ਦੇ ਰਹੇ ਨੇ, ਉਸ ਦੇ ਵਿੱਚ ਆਪਾਂ ਬੜੀ ਵਿਸਥਾਰ ਦੇ ਨਾਲ ਗੱਲਾਂ ਕੀਤੀਆਂ ਨੇ। ਮੈਂ ਉਸ ਵਿਸਥਾਰ ਦੇ ਵਿੱਚ ਹੁਣ ਨਹੀਂ ਜਾਣਾ, ਸਿਰਫ ਓਵਰਵਿਊ ਦੱਸ ਰਹੀ ਹਾਂ ਕਿ 4 ਚੀਜ਼ਾਂ ਗੁਰੂ ਨਾਨਕ ਸਾਨੂੰ ਦਿੰਦੇ ਨੇ ਤਾਂ ਕਿ ਆਪਾਂ ਇੱਕ ਕਨੈਕਟੀਵਿਟੀ ਜੋੜ ਸਕੀਏ। 4 ਚੀਜ਼ਾਂ। ਪਹਿਲੀ, ਕਿ ਕੋਈ ਕੈਟਾਗਰੀ ਨਹੀਂ।
कोई आदमी है कोई औरत है, सिर्फ इस करके वो इंपॉर्टेंट नहीं हो जाता कि कोई आदमी है तो कोई औरत है। आदमी और औरत दोनों ही इस खलकत दे लई, इस पूरी कायनात दे लई उन्ने ही इंपॉर्टेंट ने गुरु घर दे विच। कोई ऊंच नीच नहीं, कोई अमीर गरीब नहीं, कोई सियाणा या अकलमंद या बुद्धिमान या ताकतवर नहीं, सब एक बराबर ने, कोई कैटेगरी नहीं। ਜਦੋਂ ਵੀ ਤੁਸੀਂ ਆਪਣੀ ਲਾਈਫ ਦੇ ਵਿੱਚ ਕੋਈ ਕੈਟਾਗਰੀ ਡਿਵਾਈਡ ਕਰਨ ਦੀ ਕੋਸ਼ਿਸ਼ ਕਰੋ, ਇਹ ਸੋਚ ਲਓ ਕਿ ਗੁਰੂ ਨਾਨਕ ਦੇ ਫਲਸਫੇ ਤੋਂ ਆਪਾਂ ਦੂਰ ਹੋ ਗਏ ਹਾਂ। ਜਦੋਂ ਅਸੀਂ ਕਿਸੇ ਨੂੰ ਇਹ ਸੋਚ ਕੇ ਕੁਰਸੀ ਛੱਡੀਏ ਕਿ ਇਹ ਅਮੀਰ ਬੰਦਾ ਮੈਂ ਇਹਦੇ ਲਈ ਕੁਰਸੀ ਦਿਆਂ ਤੇ ਆਹ ਗਰੀਬ ਹੈ ਇਹਨੂੰ ਖੜਾ ਰਹਿਣ ਦਿਓ, ਸਮਝ ਲਓ ਗੁਰੂ ਨਾਨਕ ਤੋਂ ਅਸੀਂ ਪਿੱਠ ਕਰਕੇ ਖੜੇ ਹਾਂ। ਜਦੋਂ ਕਦੀ ਸਾਨੂੰ ਇਹ ਲੱਗੇ ਕਿ ਆਹ ਗੋਰਾ ਆ, ਮਤਲਬ ਇਹਦਾ ਰੰਗ ਗੋਰਾ ਆ, ਸੋ ਇਹ ਸੋਹਣਾ ਲੱਗ ਰਿਹਾ, ਇਹਦਾ ਰੰਗ ਕਾਲਾ, ਇਹ ਸੋਹਣਾ ਨਹੀਂ ਲੱਗ ਰਿਹਾ, ਅਸੀਂ ਗੁਰੂ ਨਾਨਕ ਤੋਂ ਪਿੱਠ ਕਰਕੇ ਖੜੇ ਹਾਂ। ਜਦੋਂ ਸਾਨੂੰ ਇਹ ਲੱਗੇ ਕਿ ਮੇਰੇ ਘਰੇ ਕੁੜੀ ਤਾਂ ਹੋ ਗਈ ਆ, ਹੁਣ ਮੁੰਡਾ ਵੀ ਹੋਣਾ ਚਾਹੀਦਾ, ਅਸੀਂ ਗੁਰੂ ਨਾਨਕ ਤੋਂ ਪਿੱਠ ਕਰਕੇ ਖੜੇ ਹਾਂ। ਇਹ ਪਾਤਸ਼ਾਹ ਦੀ ਮਰਜ਼ੀ ਆ, ਹੋ ਸਕਦਾ 2 ਕੁੜੀਆਂ 3 ਕੁੜੀਆਂ 4 ਕੁੜੀਆਂ ਜਿੰਨੇ ਵੀ ਤੁਹਾਡੇ ਘਰ। ਮੈਂ ਬੱਚਿਆਂ ਦੇ ਉੱਤੇ ਮੈਂ ਬਿਲਕੁਲ ਵੀ ਮੋਰਲ ਪੁਲਿਸਿੰਗ ਨਹੀਂ ਕਰ ਰਹੀ, ਪਰ ਮੇਰਾ ਜੋ ਕਹਿਣ ਦਾ ਮਤਲਬ ਹੈ ਕਿ ਗੁਰੂ ਨਾਨਕ ਨੇ ਸਭ ਤੋਂ ਪਹਿਲਾਂ, ਕਿਉਂਕਿ ਜਨੇਊ ਦੀ ਜਦੋਂ ਉਹ ਜਨੇਊ ਤੋਂ ਮਨਾ ਕਰਦੇ ਨੇ ਤਾਂ ਉਹਨਾਂ ਨੂੰ ਜਿਹੜਾ ਵੈਰ ਨਹੀਂ ਹੈ ਜਨੇਊ ਨਾਲ, ਕਿਉਂਕਿ ਜੇ ਵੈਰ ਹੁੰਦਾ ਤਾਂ 9ਵੇਂ ਜਾਮੇ 'ਚ ਜਾ ਕੇ ਉਹ ਉਸੇ ਹੀ ਜਨੇਊ ਦੇ ਲਈ ਅੱਗੇ ਨਾ ਆਉਂਦੇ, ਉਸੇ ਹੀ ਤਿਲਕ ਜੰਜੂ ਦੀ ਰਾਖੀ ਦੇ ਲਈ ਅੱਗੇ ਨਾ ਆਉਂਦੇ। ਜੇ ਉਹਨਾਂ ਨੂੰ ਜਨੇਊ ਦੇ ਨਾਲ ਹੀ ਵੈਰ ਹੁੰਦਾ ਤੇ ਉਹਨਾਂ ਦਾ ਸਿਰਫ ਵੈਰ ਹੈ ਕੈਟਾਗਰੀ ਨਾਲ, ਕਿਉਂਕਿ ਜਨੇਊ ਇੱਕ ਕੈਟਾਗਰੀ ਬਣਾ ਦਿੰਦਾ ਕਿ ਤੁਸੀਂ ਰੱਬ ਵਾਲੇ ਹੋ, ਤੁਸੀਂ ਰੱਬ ਵਾਲੇ ਨਹੀਂ ਹੋ, ਤੁਸੀਂ ਬ੍ਰਹਮ ਉੱਚ ਕੋਟੀ ਦੇ ਹੋ, ਤੁਸੀਂ ਨੀਚ ਕੋਟੀ ਦੇ ਹੋ। ਉਹ ਇਸ ਕੈਟਾਗਰੀ ਨੂੰ ਡਿਸਮੈਂਟਲ ਕਰਦੇ ਨੇ। ਸੋ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਕੈਟਾਗਰੀ ਐਗਜ਼ਿਸਟ ਨਹੀਂ ਕਰਦੀ। ਜੇਕਰ ਤੁਹਾਨੂੰ ਲੱਗਦਾ ਹੈ ਕਿ ਉਹ ਬੰਦਾ ਤਾਂ ਮੇਰੇ ਤੋਂ ਘੱਟ ਸਿਆਣਾ, ਇਸ ਕਰਕੇ ਮੈਂ ਉਹਦੀ ਗੱਲ ਨਹੀਂ ਸੁਣਨੀ, ਯਾਨੀ ਕਿ ਤੁਸੀਂ ਕੈਟਾਗਰੀ ਬਣਾ ਲਈ ਇੱਕ ਸਿਆਣਾ ਅਤੇ ਇੱਕ ਜੋ ਸਿਆਣਾ ਨਹੀਂ ਹੈ, ਤਾਂ ਉਹ ਫਿਰ ਵੀ ਤੁਸੀਂ ਗੁਰੂ ਨਾਨਕ ਦੇ ਨਾਲ, ਗੁਰੂ ਨਾਨਕ ਵੱਲ ਪਿੱਠ ਕਰਕੇ ਖੜੇ ਹੋ। ਗੁਰੂ ਨਾਨਕ ਜਦੋਂ ਵੀ ਸਿੱਧ ਗੋਸ਼ਟੀ ਲਈ ਵੀ ਜਾਂਦੇ ਨੇ ਜਾਂ ਜਦੋਂ ਕਿਸੇ ਨਾਲ ਵੀ ਮਿਲਦੇ ਨੇ ਤਾਂ ਉਹ ਪਹਿਲਾਂ ਸਵਾਲ ਕਰਦੇ ਨੇ ਔਰ ਸਵਾਲ ਦਾ ਜਵਾਬ ਅਗਲੇ ਕੋਲੋਂ ਮੰਗਦੇ ਨੇ, ਫਿਰ ਉਹ ਆਪਣੀ ਗੱਲ ਰੱਖਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਤੂੰ ਮੇਰੀ ਗੱਲ ਸੁਣ ਕਿਉਂਕਿ ਮੈਂ ਤੇਰੇ ਤੋਂ ਸਿਆਣਾ, ਨਾ, ਇਹ ਨਹੀਂ ਕਹਿੰਦੇ। ਉਹ ਇੱਕ ਤਰਕ ਔਰ ਇੱਕ ਜਿਹੜੀ ਵਿਵਾਦ ਦੇ ਇੱਕ ਜਿਹੜਾ ਡਾਇਲੋਗ ਹੈ ਉਸ ਡਾਇਲੋਗ ਦੇ ਵਿੱਚ ਆਉਂਦੇ ਨੇ। ਉਹ ਡਾਇਲੋਗ ਤਾਂ ਅਸੀਂ ਕਰ ਸਕਦੇ ਹਾਂ, ਪਰ ਜਿੱਥੇ ਕਿਤੇ ਸਾਨੂੰ ਇਹ ਲੱਗਣ ਲੱਗ ਜਾਏ ਕਿ ਫਲਾਣਾ ਬੰਦਾ ਤਾਂ ਉਹਦਾ ਤਾਂ ਦਿਮਾਗ ਹੀ ਕੰਮ ਨਹੀਂ ਕਰਦਾ, ਉਹਨੂੰ ਮੇਰੀ ਗੱਲ ਸੁਣਨੀ ਚਾਹੀਦੀ ਹੈ, ਉੱਥੇ ਆਪਾਂ ਕੈਟਾਗਰੀ ਵਿੱਚ ਆ ਗਏ। ਔਰ ਜਦੋਂ ਅਸੀਂ ਕੈਟਾਗਰੀ 'ਚ ਆ ਗਏ ਉਦੋਂ ਅਸੀਂ ਗੁਰੂ ਨਾਨਕ ਨੂੰ ਪਿੱਠ ਦੇ ਦਿੱਤੀ। ਸੋ ਪਹਿਲੀ ਗੱਲ ਜੋ ਗੁਰੂ ਨਾਨਕ ਦੱਸਦੇ ਨੇ ਉਹ ਹੈ ਨੋ ਕੈਟਾਗਰੀ ਐਟ ਆਲ। ਦੂਸਰੀ ਗੱਲ ਨਿਰਵੈਰ ਅਤੇ ਨਿਰਭਉ ਦਾ ਫਲਸਫਾ ਜੋ ਗੁਰੂ ਨਾਨਕ ਪਾਤਸ਼ਾਹ ਸਾਨੂੰ ਦਿੰਦੇ ਨੇ। ਹੁਣ ਬਾਬਰ ਨੂੰ ਜਾਬਰ ਕਹਿ ਰਹੇ ਨੇ, ਬਾਬਰ ਦੇ ਸਾਹਮਣੇ ਹੀ ਖੜੇ ਹੋ ਕੇ ਉਹ ਕੀ ਹੈ, ਉਹ ਬੇਸਿਕਲੀ ਉਹੀ ਨਿਰਵੈਰਤਾ ਵੀ ਹੈ ਉਹਨਾਂ ਦੇ ਵਿੱਚ। ਉਹ ਨਿਰਵੈਰ ਆ, ਉਹਦੇ ਵਿੱਚ ਨਿਰਭਉ ਆ, ਉਹਨਾਂ ਨੂੰ ਕਿਸੇ ਨਾਲ ਕੋਈ ਭੈ ਨਹੀਂ ਔਰ ਵੈਰ ਵੀ ਅੱਗੇ ਚੱਲ ਕੇ ਕਿਸੇ ਨਾਲ ਨਹੀਂ, ਕਿਉਂਕਿ ਮੂਲ ਮੰਤਰ ਦੇ ਵਿੱਚ ਬਕਾਇਦਾ ਉਹ ਇਹ ਫਲਸਫੇ ਨੂੰ ਹਾਈਲਾਈਟ ਵੀ ਕਰਦੇ ਨੇ, ਨਿਰਵੈਰ ਨਿਰਭਉ। ਤੀਜੀ ਗੱਲ ਜੋ ਦਿੰਦੇ ਨੇ ਉਹ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿ ਸ਼ਬਦ ਹੀ ਗੁਰੂ ਹੈ। ਇਹਨਾਂ ਚਾਰ ਚੀਜ਼ਾਂ ਨੂੰ ਆਪਣੇ ਜ਼ਿਹਨ ਦੇ ਵਿੱਚ, ਆਪਣੇ ਮਾਈਂਡ ਦੇ ਵਿੱਚ ਬਿਠਾ ਲਿਓ ਜੀ, ਕਿਉਂਕਿ ਆਪਾਂ ਇਹਦੇ ਨਾਲ ਹੀ ਅੱਗੇ ਚੱਲਣਾ ਹੈ। ਅਗਲੀ ਗੱਲ ਜਿਹੜੀ ਉਹ ਸਾਨੂੰ ਦਿੰਦੇ ਨੇ ਉਹ ਹੈ ਹਲੇਮੀ ਰਾਜ। ਹਲੇਮੀ ਰਾਜ ਦੀ ਗੱਲ ਉਹ ਕਰਦੇ ਨੇ ਔਰ ਉਸੇ ਹੀ ਹਲੇਮੀ ਰਾਜ ਦਾ ਜਿਹੜੀ ਨੀਂਹ ਹੈ ਉਹ ਇਹ ਜਿਹੜੀਆਂ ਆਪਾਂ ਉੱਪਰਲੀਆਂ 3 ਚੀਜ਼ਾਂ ਹੈ ਕਿ ਕੋਈ ਕੈਟਾਗਰੀ ਨਹੀਂ, ਨਿਰਵੈਰ ਨਿਰਭਉ ਔਰ ਤੀਜੀ ਗੱਲ ਜਿਹੜੀ ਹੈ ਉਹ ਸ਼ਬਦ ਗੁਰੂ ਦੀ। ਇਸੇ ਹੀ ਹਲੇਮੀ ਰਾਜ ਦੀ ਪਿਲਰਸ ਇਹਨਾਂ ਚੀਜ਼ਾਂ ਦੇ ਉੱਤੇ ਖੜੇ ਹੋਣਗੇ ਔਰ ਫਿਰ ਉਹ ਹਲੇਮੀ ਰਾਜ ਹੋਊਗਾ। ਔਰ ਗੁਰੂ ਨਾਨਕ ਹਲੇਮੀ ਰਾਜ ਦੀ ਗੱਲ ਕਰ ਦਿੰਦੇ ਨੇ, ਕਿਉਂਕਿ ਇੱਕ ਤਾਂ ਉਹ ਜਿਹੜੀ ਉਹ ਜੋਗੀਆਂ ਵਾਂਗੂ ਜਾਂ ਉਹ ਘਰ ਬਾਹਰ ਛੱਡ ਕੇ ਨਹੀਂ ਬੈਠੇ ਹੋਏ, ਠੀਕ ਹੈ। ਕਰਤਾਰਪੁਰ ਸਾਹਿਬ ਬਕਾਇਦਾ ਉਹ ਵਸਾਉਂਦੇ ਨੇ, ਕੋਈ ਯੋਗੀ ਕਦੀ ਸ਼ਹਿਰ ਨਹੀਂ ਵਸਾਇਆ ਕਰਦੇ, ਇਹ ਆਪਾਂ ਸਮਝ ਲਈਏ। ਨਾ ਮਾਰਿਆ ਸਿੱਕਾ, ਹੁਣ ਸਿੱਕਾ ਜਿਹੜਾ ਹੈ ਨਾ ਉਹ ਸਿਰਫ ਰਾਜ ਚਲਾਇਆ ਕਰਦੇ ਨੇ, ਸਿੱਕਾ ਕੋਈ ਯੋਗੀ ਨਹੀਂ ਚਲਾਇਆ ਕਰਦੇ। ਇਸ ਗੱਲ ਨੂੰ ਆਪਾਂ ਸਮਝ ਲਈਏ। ਜਿਹੜੇ ਲੋਕ ਗੁਰੂ ਨਾਨਕ ਨੂੰ ਕਿਸੇ ਇੱਕ ਛੋਟੀ ਜਿਹੀ ਮੂਵਮੈਂਟ ਦੇ ਨਾਲ, ਭਗਤੀ ਮੂਵਮੈਂਟ ਦੇ ਨਾਲ ਲਾ ਕੇ ਦੇਖਦੇ ਨੇ, ਇਹ ਸਮਝ ਲਈਏ ਕਿ ਉਹਨਾਂ ਤੋਂ ਪਹਿਲਾਂ ਕਿੰਨਿਆਂ ਨੇ ਸਿੱਕੇ ਚਲਾਏ, ਭਗਤੀ ਮੂਵਮੈਂਟ ਦੇ ਵਿੱਚ ਕਿੰਨਿਆਂ ਨੇ ਸਿੱਕੇ ਚਲਾਏ, ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਾਂਗੇ। ਗੁਰੂ ਨਾਨਕ ਜਿਹੜੇ ਨੇ ਉਹ ਇੱਕ ਰਾਜ ਦੀ ਗੱਲ ਕਰ ਰਹੇ ਨੇ। ਉਹ ਰਾਜ ਕਿਹੋ ਜਿਹਾ? ਹਲੇਮੀ ਰਾਜ। ਇਹ 4 ਚੀਜ਼ਾਂ ਨੂੰ ਆਪਾਂ ਦੇਖੀਏ। ਹੁਣ ਆਪਾਂ ਦੇਖੀਏ ਗੁਰੂ ਅੰਗਦ ਦੇਵ ਪਾਤਸ਼ਾਹ, ਜੋ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਡਿਸਕਸ ਕੀਤਾ। ਗੁਰੂ ਅੰਗਦ ਦੇਵ ਪਾਤਸ਼ਾਹ ਸਾਨੂੰ ਇਹਨਾਂ ਚੀਜ਼ਾਂ ਦੇ ਵਾਸਤੇ ਤਿਆਰ ਕਿੱਦਾਂ ਕਰ ਰਹੇ ਨੇ, ਕਿਉਂਕਿ ਗੁਰੂ ਨਾਨਕ ਨੇ ਸਿਧਾਂਤ ਦੇ ਦਿੱਤੇ, ਗੁਰੂ ਨਾਨਕ ਨੇ ਇਹਨਾਂ ਸਿਧਾਂਤਾਂ ਦਾ ਪ੍ਰਚਾਰ ਕਰ ਦਿੱਤਾ। ਹੁਣ ਗੁਰੂ ਅੰਗਦ ਦੇਵ ਮਹਾਰਾਜ ਤੋਂ ਬਾਅਦ ਸਾਡੀ ਜਿਹੜੀ ਉਹ ਗੁਰੂ ਅੰਗਦ ਦੇਵ ਮਹਾਰਾਜ ਤੋਂ ਹੀ ਸ਼ੁਰੂ ਹੋ ਕੇ ਸਾਡੀ ਪ੍ਰੈਪਰੇਸ਼ਨ ਵੀ ਤਾਂ ਹੋਣੀ ਹੈ ਨਾ।
ਇਸ ਹਲੇਮੀ ਰਾਜ ਵੱਲ ਵਧਣ ਦੀ ਉਹ ਪ੍ਰੈਪਰੇਸ਼ਨ ਵੀ ਤਾਂ ਹੋਣੀ ਹੈ। ਉਹ ਪ੍ਰੈਪਰੇਸ਼ਨ ਗੁਰੂ ਪਾਤਸ਼ਾਹ ਕਿੱਦਾਂ ਕਰਦੇ ਨੇ? ਜਿਹੜੀ ਪਹਿਲਾ ਸਿਧਾਂਤ ਸੀ ਗੁਰੂ ਨਾਨਕ ਦਾ, ਨੋ ਕੈਟਾਗਰੀ ਐਟ ਆਲ, ਉਹਦੇ ਵਿੱਚ ਲੰਗਰ ਦੀ ਜਿਹੜੀ ਪ੍ਰਥਾ ਹੈ, ਜੋ ਲੰਗਰ ਅੱਜ ਸਿੱਖਾਂ ਦਾ ਇੱਕ ਹੌਲਮਾਰਕ ਬਣ ਗਿਆ, ਜਿੱਥੇ ਵੀ ਲੰਗਰ ਹੈ ਮਤਲਬ ਸਿੱਖ ਹੈ। ਉਹ ਜਿਹੜਾ ਲੰਗਰ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਦੇ ਨਾਲ ਹੀ ਸਾਹਮਣੇ ਆਉਂਦਾ, ਜ਼ਿਆਦਾ ਜਿਹੜਾ ਹਾਈਲਾਈਟ ਹੁੰਦਾ। ਮਾਤਾ ਖੀਵੀ ਜੀ ਉਸੇ ਹੀ ਇੱਕ ਜਿਹੜੀ ਔਰ ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ, ਕਿਉਂਕਿ ਗੁਰੂ ਅੰਗਦ ਦੇਵ ਪਾਤਸ਼ਾਹ ਖੁਦ ਵੀ ਕਰ ਸਕਦੇ ਸੀ, ਪਰ ਉੱਥੇ ਚੋਇਸ ਹੁੰਦੀ ਹੈ ਮਾਤਾ ਖੀਵੀ ਜੀ ਦੀ। ਮਾਤਾ ਖੀਵੀ ਜੀ ਜਿਹੜੇ ਨੇ ਉਹ ਚੋਜ਼ਨ ਨੇ ਕਿ ਉਹ ਲੰਗਰ ਨੂੰ ਅੱਗੇ ਲੈ ਕੇ ਜਾਣਗੇ। ਕਿਉਂਕਿ ਇਹਦੇ ਵਿੱਚ ਉਹ ਫਿਰ ਉਹੀ ਗੱਲ ਆ ਗਈ ਕਿ ਕੋਈ ਕੈਟਾਗਰੀ ਨਹੀਂ। ਮਾਤਾ ਖੀਵੀ ਜੀ ਸਿਰਫ ਇਸ ਕਰਕੇ ਜਿਹੜੇ ਨੇ ਉਹ ਪੂਜਨੀय ਨਹੀਂ ਹੈ, ਜਾਂ ਉਹ ਇਸ ਕਰਕੇ ਰਿਸਪੈਕਟੇਬਲ ਨਹੀਂ ਹੈ ਕਿ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਵਾਈਫ ਨੇ, ਕਿਉਂਕਿ ਅਗਰ ਇਹੀ ਗੱਲ ਹੁੰਦੀ ਫਿਰ ਤਾਂ ਕੈਟਾਗਰੀਜ਼ ਆ ਜਾਣੀਆਂ ਸੀ। ਉਹ ਇਸ ਕਰਕੇ ਸਾਡੇ ਲਈ ਬਹੁਤ ਰਿਸਪੈਕਟੇਬਲ ਨੇ ਕਿਉਂਕਿ ਲੰਗਰ ਦੀ ਪ੍ਰਥਾ ਨੂੰ ਅੱਗੇ ਲੈ ਕੇ ਜਾਣ ਵਾਲੇ ਹੀ ਮਾਤਾ ਖੀਵੀ ਜੀ ਨੇ। ਸੋ ਇਹ ਜਿਹੜੀ ਔਰ ਲੰਗਰ ਦੇ ਨਾਲ ਜਿਹੜੀ ਜਾਤ ਪਾਤ ਇਹ ਸਾਰੀਆਂ ਗੱਲਾਂ ਖਤਮ ਹੁੰਦੀਆਂ ਨੇ। ਉਹ ਲੰਗਰ ਦੇ ਵਿੱਚ ਜਿਹੜਾ ਇਹ ਜਿਹੜੀ ਆਈਡੀਆ ਸੀ ਗੁਰੂ ਨਾਨਕ ਦਾ, ਬਾਬੇ ਨਾਨਕ ਦਾ ਜਿਹੜਾ ਆਈਡੀਆ ਸੀ ਕਿ ਕੋਈ ਕੈਟਾਗਰੀ ਨਹੀਂ, ਉਸ ਨੂੰ ਇਹਦੇ ਵਿੱਚ ਜ਼ਿਆਦਾ ਜ਼ੋਰ ਮਿਲਦਾ। ਉਹ ਇਸ ਤੋਂ ਬਾਅਦ ਜ਼ਿਆਦਾ ਪ੍ਰਬਲ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਇੱਕੋ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੋਗੇ, ਚਾਹੇ ਤੁਸੀਂ ਆਪਣੇ ਆਪ ਨੂੰ ਬਹੁਤੇ ਸਿਆਣੇ ਸਮਝਦੇ ਹੋ, ਚਾਹੇ ਤੁਸੀਂ ਜੱਜ ਲੱਗੇ ਹੋ ਔਰ ਤੁਹਾਡੇ ਲਾਗੇ ਕੋਈ ਭਿਖਾਰੀ ਬੈਠਾ ਆ, ਤੁਸੀਂ ਦੋਨੋਂ ਇੱਕ ਬਰਾਬਰ ਬੈਠੇ ਆ ਔਰ ਤੁਸੀਂ ਇਹ ਕਹਿ ਨਹੀਂ ਸਕਦੇ ਕਿ ਤੂੰ ਭਿਖਾਰੀ ਆ, ਤੂੰ ਇੱਧਰ ਚੱਲ ਜਾ। ਹੁਣ ਵਾਲੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਸਾਡੀ ਮੂਰਖਤਾ ਹੀ ਹੈ ਕਿ ਅਸੀਂ ਆਪਣੇ ਜਿਹੜੇ ਇੰਸਟੀਟਿਊਟਸ ਨੇ ਉਹ ਪੋਲੀਟੀਸ਼ੀਅਨਸ ਦੇ ਹੱਥਾਂ 'ਚ ਦੇ ਦਿੱਤੇ। ਮੈਨੂੰ ਬਹੁਤ ਤਕਲੀਫ ਹੁੰਦੀ ਸੀ ਜਦੋਂ ਅਸੀਂ ਦਰਬਾਰ ਸਾਹਿਬ ਜਾਣਾ, ਤਾਂ ਕਦੀ ਕਿਸੇ ਬਹੁਤ VVIP ਬੰਦੇ ਨੇ ਆਉਣਾ, ਤਾਂ ਉਹਨਾਂ ਵਾਸਤੇ ਬਾਕੀ ਸੰਗਤ ਲਈ ਇੱਕ ਪਾਸਾ ਤੇ ਉਹਨੂੰ ਬਾਹਰੋਂ ਦੀ ਕੱਢ ਕੇ ਲੈ ਜਾਣਾ। ਮੇਰੇ ਗੁਰੂ ਘਰ ਤੇ ਇਸ ਤਰ੍ਹਾਂ ਨਹੀਂ ਸੀ ਹੋ ਸਕਦਾ। ਮੇਰੇ ਗੁਰਦੁਆਰੇ ਜਿਹੜੇ ਖਾਸ ਤੌਰ 'ਤੇ ਦਰਬਾਰ ਸਾਹਿਬ ਦੇ ਵਿੱਚ ਮੇਰੇ ਗੁਰੂ ਦਾ ਤਾਂ ਇਹ ਸਿਧਾਂਤ ਹੀ ਨਹੀਂ ਸੀ। ਪਰ ਇਹ ਸਿਧਾਂਤ ਕਿੰਨੇ ਬਣਾਏ ਔਰ ਕਿੰਨੇ ਬਣਨ ਦਿੱਤੇ, ਇਹ ਆਪਾਂ ਜ਼ਰਾ ਸੋਚੀਏ। ਇਹ ਸਿਧਾਂਤ ਬਣਾਏ ਉਹਨਾਂ ਰਾਜਨੇਤਾਵਾਂ ਨੇ, ਪੋਲੀਟੀਸ਼ੀਅਨਸ ਨੇ, ਜਿਨ੍ਹਾਂ ਨੂੰ ਅਸੀਂ ਪੰਥ ਦੇ ਰਖਵਾਲੇ ਸਮਝੀ ਗਏ। ਔਰ ਬਣਨ ਕਿੰਨੇ ਦਿੱਤੇ? ਬਣਨ ਦਿੱਤੇ ਤੁਸੀਂ, ਬਣਨ ਦਿੱਤਾ ਮੈਂ, ਜਿਨ੍ਹਾਂ ਨੇ ਆਪਾਂ ਸਵਾਲ ਹੀ ਨਹੀਂ ਕੀਤੇ ਉਹਨਾਂ ਨੂੰ। ਜਦੋਂ ਉਹ ਪਹਿਲੀ ਵਾਰ ਉੱਥੋਂ ਦੀ VVIP ਲਾਈਨ ਲੱਗੀ ਸੀ ਨਾ, ਜਿਹੜੀ ਲਾਈਨ ਤਾਂ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਫਟਾਫਟ ਔਰ ਕੁਐਸਚਨ, ਮੈਂ ਇੱਕ ਵਾਰੀ ਸਵਾਲ ਕੀਤਾ ਸੀ, ਕਹਿੰਦੇ ਜਿਨ੍ਹਾਂ ਦੀ ਸਿਕਿਉਰਿਟੀ ਦਾ ਮਸਲਾ। ਫਿਰ ਜੇ ਤੁਹਾਨੂੰ ਸਿਕਿਉਰਿਟੀ ਦਾ ਮਸਲਾ, ਗੁਰੂ ਘਰ ਵੀ ਆ ਕੇ ਤੁਹਾਨੂੰ ਸਿਕਿਉਰਿਟੀ ਦਾ ਮਸਲਾ, ਤਾਂ ਘਰ ਬੈਠੋ, ਕੋਈ ਜ਼ਰੂਰਤ ਨਹੀਂ ਫਿਰ ਦਰਬਾਰ ਸਾਹਿਬ ਜਾਣ ਦੀ ਤੁਹਾਨੂੰ। ਕਿਉਂਕਿ ਔਰ ਮੈਂ ਇਸ ਲਈ ਨਹੀਂ ਕਹਿ ਰਹੀ ਕਿ ਕੋਈ ਕਹੇ ਕਿ ਤੂੰ ਠੇਕੇਦਾਰ, ਮੈਂ ਬਿਲਕੁਲ ਠੇਕੇਦਾਰ ਨਹੀਂ, ਪਰ ਗੁਰੂ ਦਾ ਸਿਧਾਂਤ ਇਹ ਕਹਿੰਦਾ ਹੈ ਕਿ ਉੱਥੇ ਹਰ ਕੋਈ ਬਰਾਬਰ ਹੈ। ਜਿਹੜਾ ਗੁਰੂ ਨੂੰ ਭੇਟਾ ਕਰਨ ਆਇਆ, ਜਿਹੜਾ ਗੁਰੂ ਨੂੰ ਮਿਲਣ ਆਇਆ, ਉਹ ਸਾਰੇ ਇੱਕ ਬਰਾਬਰ ਨੇ। ਇਹ ਕਿਉਂ ਹੋਵੇ ਕਿ ਕੋਈ ਚੀਫ ਮਿਨਿਸਟਰ ਆਵੇ, ਕੋਈ ਪ੍ਰਧਾਨ ਮੰਤਰੀ ਆਵੇ, ਕੋਈ ਜੋ ਮਰਜ਼ੀ ਆਏ, ਉਹਨੂੰ ਉਸੇ ਹੀ ਲਾਈਨ ਦੇ ਵਿੱਚ ਲੱਗ ਕੇ ਅੰਦਰ ਜਾਣਾ ਹੋਊਗਾ। ਇਹ ਮੇਰੇ ਗੁਰੂ ਦਾ ਸਿਧਾਂਤ ਹੈ। ਪਰ ਅਸੀਂ ਉਹ ਸਿਧਾਂਤ ਨੂੰ ਇੱਕ ਪਾਸੇ ਰੱਖ ਦਿੱਤਾ ਔਰ ਇੱਥੇ ਹੀ ਅਸੀਂ ਗੁਰੂ ਨਾਨਕ ਨੂੰ ਪਿੱਠ ਦੇ ਕੇ ਖੜੇ ਹੋ ਗਏ। ਇਹ ਸਿਰਫ ਦਰਬਾਰ ਸਾਹਿਬ ਦੀ ਨਹੀਂ, ਬਹੁਤ ਹੋਰ ਥਾਵਾਂ ਦੀ ਵੀ ਗੱਲ ਹੈ। ਇੱਥੇ ਜਿਹੜੇ ਆਮ ਗੁਰਦੁਆਰੇ ਆਪਾਂ ਵੀ ਬਣਾਏ ਹੋਏ ਆ, ਉਹਦੇ ਵਿੱਚ ਵੀ ਅਸੀਂ ਇੱਕ ਕਮੇਟੀ ਰੱਖੀ ਔਰ ਜਿਹੜੇ ਕਮੇਟੀ ਵਾਲਿਆਂ ਦੇ ਆਪਣੇ ਲੋਕ ਆ ਉਹ ਅੱਗੇ ਜਾਂਦੇ ਆ, ਬਾਕੀ ਸਾਰੇ ਪਿੱਛੇ ਹੁੰਦੇ ਆ। ਇੱਦਾਂ ਨਹੀਂ ਹੁੰਦਾ, ਇਹ ਗੁਰੂ ਦਾ ਸਿਧਾਂਤ ਨਹੀਂ ਹੈ। ਖੈਰ, ਗੁਰੂ ਅੰਗਦ ਦੇਵ ਮਹਾਰਾਜ ਦੇ ਘਰ ਦੇ ਵਿੱਚ ਇਸ ਸਿਧਾਂਤ ਨੋ ਕੈਟਾਗਰੀ ਐਟ ਆਲ ਦਾ ਜਿਹੜਾ ਸਿਧਾਂਤ ਹੈ ਕਿ ਕੋਈ ਕੈਟਾਗਰੀ ਨਹੀਂ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇਸ ਚੀਜ਼ ਨੂੰ ਜਿਹੜਾ ਹੋਰ ਪ੍ਰਬਲ ਕਰਕੇ ਪ੍ਰਚਾਰਿਆ ਜਾਂਦਾ ਔਰ ਸਾਨੂੰ ਸਿਖਾਇਆ ਜਾਂਦਾ। ਜਦੋਂ ਮਾਤਾ ਖੀਵੀ ਜੀ ਆਪ ਲੰਗਰ ਵਰਤਾ ਰਹੇ ਨੇ ਨਾ, ਤਾਂ ਉਹ ਇੱਕ ਆਈਡੀਆ ਸਾਡੇ ਮਨਾਂ ਵਿੱਚ ਪਾ ਰਹੇ ਨੇ ਕਿ ਜੋ ਗੁਰੂ ਦੀ ਵਾਈਫ ਹੈ, ਜੋ ਗੁਰੂ ਦੀ ਧਰਮ ਪਤਨੀ ਹੈ, ਅਗਰ ਉਹ ਕਰ ਰਹੀ ਹੈ, ਉਹ ਅਗਰ ਕਿਸੇ ਨੂੰ ਵੀ, ਚਾਹੇ ਉਹ ਭਿਖਾਰੀ ਹੈ, ਚਾਹੇ ਉਹ ਰਾਜਾ ਹੈ, ਉਸ ਨੂੰ ਜਦੋਂ ਲੰਗਰ ਪਰੋਸ ਰਹੀ ਹੈ, ਤਾਂ ਫਿਰ ਮੈਂ ਕਿਸ ਬਾਗ ਦੀ ਮੂਲੀ ਹਾਂ। ਇਹ ਸਾਡਾ ਮੈਂਟਲ ਟ੍ਰੇਨਿੰਗ ਹੋਈ ਹੈ। ਅਗਲੀ ਗੱਲ ਜੋ ਹੈ ਉਹ ਹੈ ਨਿਰਵੈਰ ਤੇ ਨਿਰਭਉ ਦੀ। ਹੁਣ ਉਹ ਆਪਾਂ ਗੱਲ ਕੀਤੀ ਸੀ ਮੱਲ ਅਖਾੜਿਆਂ ਦੀ, ਕਿ ਗੁਰੂ ਮਹਾਰਾਜ ਨੇ ਮੱਲ ਅਖਾੜੇ ਖੜੇ ਕੀਤੇ ਸਿਰਫ ਸਾਨੂੰ ਇੱਕ ਫਿਜ਼ੀਕਲ ਐਂਡ ਇਮੋਸ਼ਨਲ ਐਂਡ ਜਿਹੜੀ ਕੌਨਸ਼ੀਅਸ ਸਟਰੈਂਥ ਦੇਣ ਦੇ ਲਈ ਕਿ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਇਹਦੇ ਬਾਰੇ ਆਪਾਂ ਬਹੁਤ ਲੰਬੀਆਂ ਚੌੜੀਆਂ ਗੱਲਾਂ ਕੀਤੀਆਂ। ਸਿਰਫ ਮੈਂ ਇੱਕ ਕਨੈਕਟੀਵਿਟੀ ਦੇ ਰਹੀ ਹਾਂ ਕਿ ਗੁਰੂ ਨਾਨਕ ਨੇ ਸਾਨੂੰ ਨਿਰਵੈਰ ਨਿਰਭਉ ਦਾ ਫਲਸਫਾ ਦਿੱਤਾ ਔਰ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਉਸ ਫਲਸਫੇ 'ਤੇ ਚੱਲਣ ਦੇ ਲਈ ਉਹ ਸਰੀਰ ਵੀ ਤਿਆਰ ਕੀਤੇ, ਉਹ ਜ਼ਹਿਨ ਵੀ ਤਿਆਰ ਕੀਤੇ, ਉਹ ਦਿਮਾਗ ਵੀ ਤਿਆਰ ਕੀਤੇ। ਅਗਲੀ ਗੱਲ ਆਉਂਦੀ ਹੈ ਸ਼ਬਦ ਗੁਰੂ ਦੀ। ਹੁਣ ਗੁਰੂ ਨਾਨਕ ਪਾਤਸ਼ਾਹ ਕਹਿ ਦਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਗੱਲ ਆਮ ਲੋਕਾਂ ਦੇ ਪੱਲੇ ਪੈਣ ਵਾਲੀ ਨਹੀਂ ਸੀ ਉਸ ਵੇਲੇ, ਪਰ ਗੁਰੂ ਅੰਗਦ ਦੇਵ ਮਹਾਰਾਜ ਫਿਰ ਸਾਡੀ ਟ੍ਰੇਨਿੰਗ ਕਰਾਉਂਦੇ ਨੇ। ਟ੍ਰੇਨਿੰਗ ਕਿੱਦਾਂ ਕਰਾਉਂਦੇ ਨੇ? ਬਾਕਾਇਦਾ ਉਹ ਗੁਰਮੁਖੀ ਲਿਪੀ ਜੋ ਹੈ ਉਹਨੂੰ ਤਰਤੀਬ ਦਿੰਦੇ ਨੇ,
ਪਾਠਸ਼ਾਲਾ ਖੜੀਆਂ ਕਰਦੇ ਨੇ। ਪਾਠਸ਼ਾਲਾ ਦੇ ਵਿੱਚ ਉਹ ਗੁਰਮੁਖੀ ਸਾਨੂੰ ਪੜ੍ਹਾਉਣੀ ਸ਼ੁਰੂ ਕਰਦੇ ਨੇ, ਸਾਨੂੰ ਸਿਖਾਉਣੀ ਸ਼ੁਰੂ ਕਰਦੇ ਨੇ। ਉਸੇ ਗੁਰਮੁਖੀ ਦੇ ਚਲਦਿਆਂ ਚਲਦਿਆਂ ਉਹ ਪੋਥੀ ਜਿਹੜੀ ਹੈ ਗੁਰੂ ਨਾਨਕ ਦੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਕੁਛ ਵੀ ਜੋ ਉਹਨਾਂ ਦੀ ਬਾਣੀ ਹੈ ਉਹਨਾਂ ਉਸ ਪੋਥੀ ਨੂੰ ਕੰਪਾਈਲ ਕਰਦੇ ਨੇ ਔਰ ਉਹਦੇ ਵਿੱਚ ਆਪਣੇ ਵੀ ਜਿਹੜੇ ਨੇ 62 ਹਮਸ ਜਿਹੜੇ ਨੇ ਉਹਨਾਂ ਦੇ ਆਪਣੇ ਸ਼ਬਦ ਨੇ ਉਹ 10 ਰਾਗਾਂ ਦੇ ਵਿੱਚ ਉਹ ਵੀ ਆਪਣੇ ਵੀ ਨਾਲ ਸਮਾਹਿਤ ਕਰਦੇ ਨੇ। ਔਰ ਇਹਦੇ ਨਾਲ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਲਾਈਫ ਇਹ ਵੀ ਇੱਕ ਇਤਿਹਾਸ ਦੀ ਗੱਲ ਹੈ ਕਿ ਭਾਈ ਪਿਆਰਾ ਮੋਖਾ ਜਿਹੜੇ ਨੇ ਉਹਨਾਂ ਦੇ ਕੋਲੋਂ ਉਹ ਬਕਾਇਦਾ ਆਪਣੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਇੱਕ ਜੀਵਨ ਇਤਿਹਾਸ ਹੈ ਉਹ ਵੀ ਲਿਖਾਉਣਾ ਸ਼ੁਰੂ ਕਰਦੇ ਨੇ। ਖੈਰ ਉਹ ਇੱਕ ਗੱਲ ਅਲੱਗ ਹੈ ਕਿਉਂਕਿ ਉਹ ਪੰਜਾਬੀ ਲਿਟਰੇਚਰ ਦਾ ਇੱਕ ਹਿੱਸਾ। ਪਰ ਜਦੋਂ ਆਪਾਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਉਸ ਸ਼ਬਦ ਗੁਰੂ ਕਿਉਂਕਿ ਉਹਦੀ ਜਿਹੜੀ ਭਾਸ਼ਾ ਉਹ ਗੁਰਮੁਖੀ ਹੈ ਤਾਂ ਉਹ ਗੁਰਮੁਖੀ ਨੂੰ ਸਾਨੂੰ ਸਿਖਾਉਣ ਦੇ ਲਈ ਇੱਕ ਜਿਹੜਾ ਥੰਮ ਹੈ ਉਹ ਖੜਾ ਕਰ ਦਿੰਦੇ ਨੇ। ਗੁਰਮੁਖੀ ਵੀ ਉਹਦੀ ਲਿਪੀ ਨੂੰ ਵੀ ਤਰਤੀਬ ਦੇ ਦਿੰਦੇ ਨੇ ਔਰ ਬਕਾਇਦਾ ਉਹ ਪਾਠਸ਼ਾਲਾ ਵੀ ਖੋਲ੍ਹ ਦਿੰਦੇ ਨੇ ਕਿ ਜਿਹਦੇ ਵਿੱਚ ਸਿੱਖਿਆ ਜਾਊਗਾ, ਗੁਰਮੁਖੀ ਨੂੰ ਸਿਖਾਇਆ ਜਾਊਗਾ ਔਰ ਨਾਲ ਹੀ ਉਹ ਪੋਥੀ ਕੰਪਾਈਲ ਕਰਨੀ ਵੀ ਸ਼ੁਰੂ ਕਰ ਦਿੰਦੇ ਨੇ। ਇਹ ਗੱਲ ਆਪਣੀ ਸਮਝਣ ਵਾਲੀ ਹੈ। ਅਗਲੀ ਗੱਲ ਜਿਹੜੀ ਹੈ ਉਹ ਹਲੇਮੀ ਰਾਜ ਦੀ। ਹੁਣ ਹਲੇਮੀ ਰਾਜ ਵਾਸਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਦਾ ਹੁਕਮ ਮੰਨਣਾ ਆਉਣਾ ਚਾਹੀਦਾ ਔਰ ਗੁਰੂ ਅੰਗਦ ਦੇਵ ਮਹਾਰਾਜ ਬਕਾਇਦਾ ਹੁਕਮ ਮੰਨਣ ਦੇ ਉੱਤੇ ਹੀ ਉਹਨਾਂ ਦੀ ਲਾਈਫ ਦੇ ਜਿਹੜੇ ਮੇਜਰ ਪਾਰਟਸ ਨੇ ਜਦੋਂ ਆਪਾਂ ਉਹਨਾਂ ਦੇ ਵੇਖੀਏ ਕਿ ਜਦੋਂ ਉਹ ਜੀਂਦੇ ਨੇ ਤਾਂ ਉਹ ਹੁਕਮ ਮੰਨਣ ਦੀ ਹੀ ਗੱਲ ਪ੍ਰਚਾਰਦੇ ਨੇ। ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦਾ ਜੀਵਨ ਕਾਲ ਹੈ ਉਹ ਹੁਕਮ ਦੀ ਹੀ ਗੱਲ ਪ੍ਰਚਾਰ ਰਿਹਾ। ਸੋ ਇਹ ਗੱਲਾਂ ਆਪਾਂ ਨੂੰ ਸਮਝਣੀਆਂ ਪੈਣਗੀਆਂ ਕਿ ਗੁਰੂ ਨਾਨਕ ਦੇ ਜਿਹੜੇ ਪੂਰਨੇ ਪਏ ਸੀ ਗੁਰੂ ਅੰਗਦ ਦੇਵ ਮਹਾਰਾਜ ਨੇ ਉਹਦੇ ਵਾਸਤੇ ਸਾਨੂੰ ਉਹ ਸਿਧਾਂਤਾਂ ਨੂੰ ਸਮਝਣ ਦੇ ਲਈ ਸਾਨੂੰ ਕਿਸ ਤਰੀਕੇ ਨਾਲ ਤਿਆਰ ਕਰਨਾ ਸ਼ੁਰੂ ਕੀਤਾ। ਹੁਣ ਅਗਲੀ ਗੱਲ ਆਊਗੀ ਗੁਰੂ ਅਮਰਦਾਸ ਜੀ ਦੀ। ਜਦੋਂ ਆਪਾਂ ਨੂੰ ਇਹ ਗੱਲਾਂ ਸਮਝ ਆ ਜਾਣਗੀਆਂ ਨਾ ਫਿਰ ਸਾਨੂੰ ਇਹ ਸਮਝ ਆਊਗੀ ਕਿ ਗੁਰੂ ਅਮਰਦਾਸ ਪਾਤਸ਼ਾਹ ਜਦੋਂ 60 ਸਾਲ ਤੋਂ ਦੇ ਹੋ ਕੇ ਉਸ ਤੋਂ ਬਾਅਦ ਉਹ ਗੁਰੂ ਘਰ ਦੇ ਨਾਲ ਲੱਗਦੇ ਨੇ 60 ਸਾਲ ਦੀ ਉਮਰ ਤੱਕ ਉਹਨਾਂ ਨੇ ਕੀ ਕੀਤਾ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਗੁਰੂ ਅੰਗਦ ਦੇਵ ਮਹਾਰਾਜ ਜਦ ਤੱਕ ਉਹ ਲਹਿਣਾ ਨੇ ਤਦ ਤੱਕ ਉਹ ਕੀ ਕਰਦੇ ਰਹੇ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਹਾਂ ਉਹ ਗੁਰੂ ਘਰ ਦੇ ਨਾਲ ਸੀ, ਗੁਰੂ ਘਰ ਦੇ ਸੇਵਕ ਬਣੇ, ਉਹ ਗੱਲ ਹੋਰ ਆ। ਪਰ ਉਸ ਤੋਂ ਪਹਿਲਾਂ ਉਹ ਕੀ ਕਰ ਰਹੇ ਸੀ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਮੇਰਾ ਮਤਲਬ ਔਰ ਮੇਰਾ ਗੁਰੂ ਜੋ ਹੈ ਉਹ ਉਹੀ ਹੋਊਗਾ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਅੱਜ ਤੋਂ ਤੁਸੀਂ ਅੰਗਦ ਹੋ, ਅੱਜ ਤੋਂ ਤੁਸੀਂ ਗੁਰੂ ਅੰਗਦ ਹੋ। ਔਰ ਜਦੋਂ ਗੁਰੂ ਅੰਗਦ ਪਾਤਸ਼ਾਹ ਨੂੰ ਉਹਨਾਂ ਨੇ ਗੁਰਤਾ ਗੱਦੀ ਦੇ ਦਿੱਤੀ ਉਦੋਂ ਤੋਂ ਮੇਰੇ ਗੁਰੂ ਹੋਏ। ਉਸ ਗੁਰੂ ਗੱਦੀ 'ਤੇ ਬੈਠਣ ਤੋਂ ਬਾਅਦ ਜੋ ਵੀ ਗੁਰੂ ਅੰਗਦ ਪਾਤਸ਼ਾਹ ਕਹਿ ਰਹੇ ਨੇ ਉਹ ਮੇਰੇ ਲਈ ਇੱਕ ਹੁਕਮ ਬਣ ਗਿਆ। ਜਦੋਂ ਗੁਰੂ ਅਮਰਦਾਸ ਪਾਤਸ਼ਾਹ 60 ਸਾਲ ਤੱਕ ਉਹ ਕੀ ਕਰ ਰਹੇ ਨੇ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਕੋਈ ਵਾਸਤਾ ਨਹੀਂ। ਉਹ ਕਿਸੇ ਦੇਵੀ ਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ ਜਾਂ ਉਹ ਕੀ ਕਰਦੇ ਨੇ ਮੈਨੂੰ ਇਸ ਬਹਿਸ ਵਿੱਚ ਵੀ ਪੈਣ ਦੀ ਲੋੜ ਨਹੀਂ। ਮੇਰੇ ਲਈ ਇੰਪੋਰਟੈਂਟ ਕੀ ਹੈ ਕਿ ਜਦੋਂ ਉਹ ਗੁਰੂ ਪਾਤਸ਼ਾਹ ਦੇ ਘਰ ਦੇ ਵਿੱਚ ਆ ਕੇ ਗੁਰੂ ਅਮਰਦਾਸ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਕੀ ਕਹਿੰਦੇ ਨੇ ਉਹ ਮੇਰੇ ਲਈ ਹੁਕਮ ਹੈ। ਇਹ ਗੱਲ ਜ਼ਰੂਰੀ ਹੈ, ਇੰਨੀ ਕੁ ਗੱਲ ਆਪਾਂ ਨੂੰ ਸਮਝਣੀ ਪਊਗੀ। ਹੁਣ ਗੁਰੂ ਅਮਰਦਾਸ ਪਾਤਸ਼ਾਹ ਦੀ ਜਦੋਂ ਆਪਾਂ ਗੱਲ ਕਰਾਂਗੇ ਤਾਂ ਅੱਜ ਸਮਾਂ ਕਾਫੀ ਹੋ ਗਿਆ ਪਰ ਮੈਂ ਇੱਕ ਮਿੰਟ 'ਚ ਗੱਲ ਨਿਬੇੜੂੰਗੀ ਕਿ ਆਪਾਂ ਗੱਲ ਕਰਾਂਗੇ ਉਹਨਾਂ ਦੀ ਨਿਸ਼ਕਾਮ ਸੇਵਾ ਦੀ, ਮੰਜੀ ਸਿਸਟਮ ਦੀ ਜੋ ਉਹਨਾਂ ਨੇ ਲਾਇਆ, ਜਿਹੜੀ ਉਹਨਾਂ ਨੇ ਪੋਥੀ ਨੂੰ ਅੱਗੇ ਕੰਪਾਈਲ ਕੀਤਾ, ਅਤੇ ਆਨੰਦ ਦੀ ਜੋ ਆਨੰਦ ਵਿਆਹ, ਆਨੰਦ ਕਾਰਜ, ਇਹਦੀ ਗੱਲ ਵੀ ਆਪਾਂ ਕਰਾਂਗੇ। ਇਹ ਬਹੁਤ ਇੰਪੋਰਟੈਂਟ ਨੇ। ਇਹ 4 ਚੀਜ਼ਾਂ ਆਪਾਂ ਇਹਦੇ ਉੱਤੇ ਵੇਖਾਂਗੇ ਔਰ ਇਹ ਦੇਖਾਂਗੇ ਕਿ ਗੁਰੂ ਨਾਨਕ ਦੇ ਜਿਹੜੇ ਉਹ 4 ਸਿਧਾਂਤ ਨੇ, ਨੋ ਕੈਟਾਗਰੀ ਐਟ ਆਲ, ਸ਼ਬਦ ਗੁਰੂ, ਸੁਰਤ ਧੁਨ ਚੇਲਾ ਵਾਲਾ, ਨਿਰਵੈਰ ਨਿਰਭਉ ਦਾ ਔਰ ਹਲੇਮੀ ਰਾਜ, ਇਹਨਾਂ ਦੇ ਨਾਲ ਇਹ ਸਾਡੀ ਤਿਆਰੀ ਕਿੱਦਾਂ ਹੋ ਰਹੀ ਹੈ। ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਸਾਡੀ ਤਿਆਰੀ ਕਿਵੇਂ ਹੋ ਰਹੀ ਹੈ ਔਰ ਫਿਰ ਅਸੀਂ ਖਾਲਸਾ ਰਾਜ ਤੱਕ ਪਹੁੰਚਾਂਗੇ। ਅਸੀਂ ਕੀ ਕਰਦੇ ਹਾਂ ਕਿ ਅਸੀਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਅਤੇ ਜਾਂ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਵਿਚਕਾਰਲਾ ਅਸੀਂ ਸਾਰਾ ਕੁਛ ਮਾਈਨਸ ਹੀ ਕਰ ਦਿੰਦੇ ਹਾਂ, ਭੁੱਲ ਹੀ ਜਾਂਦੇ ਹਾਂ ਔਰ ਭੁੱਲਿਆਂ ਗੁਜ਼ਾਰਾ ਹੋਣਾ ਨਹੀਂ। ਖੈਰ ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਸਵੀਕਾਰ ਕਰੋ ਕਿਉਂਕਿ ਸਮਾਂ ਮੈਂ ਆਲਰੇਡੀ ਜ਼ਿਆਦਾ ਲੈ ਚੁੱਕੀ ਹਾਂ। ਅਗਲੇ ਐਪੀਸੋਡ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ ਔਰ ਅਗਲੇ ਐਪੀਸੋਡ ਦੇ ਵਿੱਚ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਦੀ ਜਿਹੜੀ ਜੀਵਨ ਕਾਲ ਹੈ ਉਹਦੇ ਵਿੱਚ ਉਹਨਾਂ ਨੇ ਸਾਡੀ ਤਿਆਰੀ ਦੇ ਲਈ ਕਿਵੇਂ ਉਹਨਾਂ ਨੇ ਜੀਵਨ ਆਪਣਾ ਬਤੀਤ ਕਰਕੇ ਸਾਨੂੰ ਦਿਖਾਇਆ, ਕਿਵੇਂ ਸਾਨੂੰ ਉਹ ਸਿਧਾਂਤ ਜਿਹੜੇ ਗੁਰੂ ਨਾਨਕ ਦੇ ਸਿਧਾਂਤ ਨੇ ਉਹ ਦ੍ਰਿੜ ਕਰਾਏ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਅੱਜ ਦੇ ਲਈ ਇੰਨੀਆਂ ਕੁ ਬੇਨਤੀਆਂ ਜਿਹੜੀਆਂ ਮੇਰੀਆਂ ਸਵੀਕਾਰ ਕਰਨਾ। ਕੋਈ ਭੁੱਲ ਚੁੱਕ ਹੋ ਗਈ ਹੋਵੇ, ਅੱਖਰ ਕੋਈ ਮੈਂ ਵੱਧ ਘੱਟ ਬੋਲ ਗਈ ਹੋਵਾਂ ਤਾਂ ਦੋਨੋਂ ਹੱਥ ਜੋੜ ਕੇ ਖਿਮਾ ਦੀ ਜਾਚਕ ਹਾਂ ਜੀ। ਅੱਜ ਦੇ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।